ਸਤਨਾਮ ਵਾਹਿਗੁਰੂ ਜੀਓ। ਗੁਰਪੂਰਾ ਜਿਨ ਸਿਮਰਿਆ ਸੇ ਪੈ ਨਿਹਾਲ। ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ। ਤਰਨ ਸੋਇ ਕੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ। ਸਭੇ ਕਾਜ ਸੁਹਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ। ਸਤਨਾਮ ਵਾਹਿਗੁਰੂ ਜੀਓ। ਤਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ। ਤਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ। ਬਿਰਧ ਪਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ। ਕਹੋ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਸਾਡੇ ਦੁਨਿਆਵੀ ਜੀਵਾਂ 'ਤੇ ਆਪਣੀ ਮਿਹਰਾਂ ਦਾ ਮੀਂਹ ਪਾ ਰਹੇ ਹਨ। ਇਹ ਉਹ ਸਤਿਗੁਰੂ ਕੇ ਬਚਨਾਂ ਦੀ ਬਰਸਾਤ ਹੈ ਜਿਸ ਬਰਸਾਤ ਦੇ ਪਾਣੀ ਨਾਲ ਕਈ ਜਨਮਾਂ ਤੋਂ ਸੁੱਕਾ ਸੜਿਆ ਮਨ ਸਦਾ ਲਈ ਹਰਿਆ ਭਰਿਆ ਹੋ ਜਾਂਦਾ ਹੈ। ਇਹ ਉਹ ਉਹਨਾਂ ਦੀ ਰਹਿਮਤ ਦੀ ਬਰਸਾਤ ਹੈ ਜਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਨਿਰੰਕਾਰ ਦੇ ਕਰਦਾ ਆਦਮੀ ਲਈ ਸਦਾ ਲਈ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਆਓ ਇਹਦੇ ਵਿੱਚ ਇਸ਼ਨਾਨ ਕਰੀਏ। ਭਾਵਨਾ ਸ਼ਰਧਾ ਪਿਆਰ ਮੁਹੱਬਤ ਆਪਣੇ ਦਿਲਾਂ ਵਿੱਚ ਲੈ ਕੇ ਨਾਵੇਂ ਗੁਰਦੇਵ ਪਿਤਾ ਜੀ ਦੇ ਸ਼ਲੋਕਾਂ ਦੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਹੈ। ਆਪਾਂ 2 ਦਿਨਾਂ ਵਿੱਚ 2 ਸ਼ਲੋਕਾਂ ਦੇ ਦਰਸ਼ਨ ਕਰਨ ਤੋਂ ਬਾਅਦ ਅੱਜ ਤੀਜਾ ਤੇ ਚੌਥਾ ਸ਼ਲੋਕ ਹੈ। ਸਤਿਗੁਰੂ ਜੀ ਦਾ ਇੱਕ ਇੱਕ ਬਚਨ ਇੱਕ ਇੱਕ ਪੰਕਤੀ ਅੰਦਰ ਜਾਂ 2 ਪੰਕਤੀਆਂ ਦੇ ਸ਼ਲੋਕ ਵਿੱਚ ਜ਼ਿੰਦਗੀ ਦੇ ਬੜੇ ਬੜੇ ਵੱਡੇ ਰਾਜ ਛਿਪੇ ਹੋਏ ਨੇ। ਅੱਜ ਸਤਿਗੁਰੂ ਜੀ ਆਖਦੇ ਨੇ ਆਮ ਤੌਰ 'ਤੇ ਇਨਸਾਨ ਦੀ ਜ਼ਿੰਦਗੀ ਨੂੰ ਵੰਡਣਾ ਹੋਵੇ ਤੇ 3 ਹਿੱਸਿਆਂ 'ਚ ਵੰਡਦੇ ਹਾਂ। ਪਹਿਲਾਂ ਬਚਪਨਾ ਲੰਘਦਾ, ਫਿਰ ਜਵਾਨੀ ਆਉਂਦੀ ਤੇ ਤੀਸਰਾ ਬੁਢੇਪਾ ਸ਼ੁਰੂ ਹੋ ਜਾਂਦਾ ਹੈ।
ਬਚਪਨ ਦੇ ਵਿੱਚ ਗੁਰੂ ਕੇ ਪਿਆਰਿਓ ਅਜੇ ਬੱਚੇ ਕੋਲ ਉਨੀ ਤਾਕਤ ਨਹੀਂ, ਅਜੇ ਰੱਬ ਉਹਦੇ 'ਚ ਤਾਕਤ ਪਾ ਰਿਹਾ ਹੁੰਦਾ ਹੈ। ਸਿੱਖਣ ਦਾ ਉਹਦੇ 'ਚ ਗੁਣ ਹੈ, ਅਜੇ ਕੁਝ ਸਿੱਖ ਰਿਹਾ ਹੈ। ਤੁਰਨ ਫਿਰਨ ਦੀ ਤਾਕਤ ਅਜੇ ਉਨੀ ਨਹੀਂ। ਕੋਈ ਵੀ ਭਾਰੀ ਚੀਜ਼ ਹੋਵੇ ਪਹਿਲਾਂ ਸੋਚਿਆ ਜਾਂਦਾ ਜੇ ਬੱਚਾ ਅਜੇ ਇਹਨੂੰ ਇੰਨਾ ਭਾਰ ਨਾ ਚੁਕਾਓ, ਮਤਲਬ ਇਹਦੀ ਅਜੇ ਸਮਰੱਥਾ ਨਹੀਂ। ਕੋਈ ਬਹੁਤ ਵੱਡੀ ਸਿਆਣੀ ਗੱਲ ਹੋਵੇ ਉਹ ਵੀ ਕਿਹਾ ਜਾਂਦਾ ਅਜੇ ਬੱਚਾ ਦੀ ਸਮਝ ਵਿੱਚ ਨਹੀਂ ਆਉਣੀ, ਅਜੇ ਨੂੰ ਇੰਨੀ ਵੱਡੀ ਗੱਲ ਦੀ ਲੋੜ ਨਹੀਂ। ਕੋਈ ਘੱਟ ਸ਼ਬਦ ਵਰਤ ਕੇ ਜਿਹੜੀ ਦੀ ਸਮਝ ਗੋਚਰੇ ਆ ਜਾਵੇ। ਇਹਦੀਆਂ ਬਾਹਾਂ ਵਿੱਚ, ਇਹਦੀਆਂ ਲੱਤਾਂ ਵਿੱਚ, ਪੈਰਾਂ ਵਿੱਚ, ਸਰੀਰ ਦੇ ਇਕੱਲੇ ਇਕੱਲੇ ਅੰਗ ਵਿੱਚ ਓਨੀ ਤਾਕਤ ਨਹੀਂ, ਓਨੀ ਸਿਆਣਪ ਨਹੀਂ। ਪਰ ਜਿੰਨੀ ਭਰ ਜਵਾਨੀ ਵਿੱਚ ਹੈ ਉਹ ਸਭ ਤੋਂ ਕੀਮਤੀ ਸਮਾਂ ਹੈ, ਕਿਉਂਕਿ ਬੁਢਾਪੇ ਵਿੱਚ ਤਾਕਤ ਫਿਰ ਘਟਣੀ ਸ਼ੁਰੂ ਹੋ ਗਈ। ਬੁਢਾਪੇ ਵਿੱਚ ਫਿਰ ਨੈਣਾ ਪ੍ਰੈਣਾ ਦੀ ਵੀ, ਸੋਚ ਸ਼ਕਤੀ ਵੀ, ਬੰਦਾ ਥੱਕ ਜਾਂਦਾ, ਭੁੱਲਣ ਲੱਗ ਪੈਂਦਾ ਏ, ਸਰੀਰ ਸਾਥ ਨਹੀਂ ਦਿੰਦਾ। ਪਰ ਉਹਦੇ ਵਿੱਚੋਂ ਜਿਹੜੀ ਸਭ ਤੋਂ ਕੀਮਤੀ ਹੈ ਜੋ ਸਮਾਂ ਹੈ, ਨਿਰੰਕਾਰ ਨੇ ਜ਼ਿੰਦਗੀ ਦਾ ਬਖਸ਼ਿਆ, ਉਹ ਹੈ ਜਵਾਨੀ। ਤਰਨਾਪੂ ਦਾ ਅਰਥ ਹੈ ਜਵਾਨੀ। ਜਵਾਨੀ ਨੂੰ ਗੁਰੂ ਕੇ ਪਿਆਰੇ ਜਿਹੜਾ ਸਮਾਂ ਹੈ ਸਭ ਤੋਂ ਕੀਮਤੀ ਦਾ ਕਾਰਨ ਹਰ ਪ੍ਰਕਾਰ ਦੀ ਤਾਕਤ ਨਿਰੰਕਾਰ ਇਹ ਸਰੀਰ ਦੇ ਇਸ ਸਮੇਂ ਵਿੱਚ ਪਾ ਦਿੰਦਾ ਹੈ, ਸਿਆਣਪਾ ਪਾ ਦਿੰਦਾ ਹੈ। ਬੰਦਾ ਵੱਡੀ ਤੋਂ ਵੱਡੀ ਚੀਜ਼ ਨਾਲ ਟੱਕਰ ਲੈਣ ਨੂੰ ਤਿਆਰ ਹੈ, ਵੱਡੀ ਤੋਂ ਵੱਡੀ ਪਹਾੜੀ ਚੜ੍ਹਨ ਨੂੰ ਤਿਆਰ ਹੈ, ਔਖੇ ਤੋਂ ਔਖੇ ਕੰਮ ਨੂੰ ਹੱਥ ਪਾਈਦਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਕਹਿੰਦੇ ਬੰਦਾ ਅਣਜਾਣ ਹੋਣ ਕਾਰਨ ਇਹ ਜਵਾਨੀ ਦੇ ਸਮੇਂ ਅੰਦਰ ਮਾਇਆ ਕਮਾਉਣ ਲਈ ਵੱਡੇ ਤੋਂ ਵੱਡੇ ਕੰਮ ਨੂੰ ਹੱਥ ਪਾਉਣ ਨੂੰ ਤਿਆਰ ਹੈ, ਮੁਸ਼ਕਲ ਤੋਂ ਮੁਸ਼ਕਲ ਕਰਨ ਨੂੰ ਤਿਆਰ ਹੈ। ਇਹਨੂੰ ਰਾਤਾਂ ਦੀ ਪਰਵਾਹ ਨਹੀਂ, ਦਿਨੇ ਤੇ ਰਾਤੀ ਵੀ ਜਾਗ ਸਕਦਾ ਹੈ। ਇਹ ਕਿਧਰੇ ਇਸ ਨੂੰ ਔਖੇ ਤੋਂ ਔਖਾ ਕੰਮ ਕਰਨਾ ਪਵੇ ਜਿਹਦੇ 'ਚ ਬਹੁਤ ਸਰੀਰ ਦਾ ਜ਼ੋਰ ਲੱਗੇ, ਕਹਿੰਦਾ ਕੋਈ ਗੱਲ ਨਹੀਂ, ਰੋਜੀ ਰੋਟੀ ਕਮਾਣੀ ਏ। ਵਿਕਾਰਾਂ ਵੱਲ ਤੁਰਿਆ ਤੇ ਉਧਰ ਵੀ ਇਹਨੇ ਬਸ ਕੋਈ ਵੇਖਿਆ ਨਾ ਅੱਗਾ ਪਿੱਛਾ। ਸਾਹਿਬ ਕਹਿੰਦੇ ਜਿਸ ਲਈ ਜਵਾਨੀ ਵਿੱਚ ਤਾਕਤ ਭਰੀ ਸੀ ਉਹਦੀ ਦੁਰਵਰਤੋਂ ਹੋ ਗਈ। ਇਹ ਜਵਾਨੀ ਦਾ ਸਮਾਂ ਸੀ ਸਭ ਤੋਂ ਕੀਮਤੀ ਰੱਬ ਨਾਲ ਜੁੜਨ ਲਈ, ਸਤਿਗੁਰੂ ਦੇ ਰਸਤੇ 'ਤੇ ਤੁਰਨ ਲਈ ਸਭ ਤੋਂ ਵਧੀਆ ਸਮਾਂ ਹੈ ਜਵਾਨੀ, ਕਿਉਂਕਿ ਹਰ ਪ੍ਰਕਾਰ ਦੀ ਤਾਕਤ ਹੈ, ਇਹ ਜੋ ਚਾਹਵੇ ਕਰ ਸਕਦਾ ਹੈ। ਪਰ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਸਾਨੂੰ ਅਫਸੋਸ ਹੈ ਦੁਨੀਆ ਦੇ ਉਹਨਾਂ ਲੋਕਾਂ 'ਤੇ ਜਿਨ੍ਹਾਂ ਨੂੰ ਰੱਬ ਨੇ ਜਵਾਨੀ ਦਾ ਸਮਾਂ ਦਿੱਤਾ, ਪਰ ਉਹਨਾਂ ਨੇ ਇਸ ਜਵਾਨੀ ਦੇ ਸਮੇਂ ਅੰਦਰ ਪੈਸਾ ਜ਼ਿੰਦਗੀ 'ਚ ਲਿਆਂਦਾ, ਸ਼ੋਹਰਤ ਲੈ ਆਂਦੀ, ਪੰਜਾਂ ਦੇ ਆਖੇ ਲੱਗ ਕੇ ਵਿਕਾਰਾਂ ਦੀ ਹਰ ਪ੍ਰਕਾਰ ਦੇ ਵਿਕਾਰ ਭੋਗਣ ਦੀ ਜਿਹੜੀ ਰੁਚੀ ਉਹਨੂੰ ਪੂਰਾ ਕੀਤਾ। ਪਰ ਜਿਹੜਾ ਅਕਾਲ ਪੁਰਖ ਦਾ ਪਿਆਰ ਤੇ ਪ੍ਰੀਤ ਪੈਦਾ ਕਰਨੀ ਸੀ ਇਸ ਸਮੇਂ ਦੇ ਅੰਦਰ ਉਹ ਨਾ ਕੀਤੀ। ਉਹ ਕਹਿਣ ਲੱਗੇ ਜੇ ਕੋਈ ਜਵਾਨੀ ਨੂੰ ਸਾਂਭਣਾ ਚਾਹੁੰਦਾ ਹੈ ਤੇ ਇੱਕ ਚੀਜ਼ ਸਾਂਭੋ ਜਵਾਨੀ ਵੇਲੇ। ਉਹ ਕੀ ਹੈ? ਜਵਾਨੀ ਵੇਲੇ ਰੱਬ ਦੀ ਪ੍ਰੀਤ ਅੰਦਰ ਇੰਨੀ ਜ਼ੋਰ ਦੀ ਪਕੜੋ, ਉਹਦੇ ਨਾਲ ਸੰਬੰਧ ਜੋੜੋ, ਉਹ ਤੁਹਾਡਾ ਸੰਬੰਧ ਕੋਈ ਦੁਨੀਆ ਦੀ ਤਾਕਤ ਤੋੜ ਨਾ ਸਕੇ। ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਉਹ ਕਹਿੰਦੇ ਜੋ ਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋ ਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਕਹਿੰਦੇ ਜਵਾਨੀ ਸੁੱਕ ਗਈ, ਕਾਹਦੇ ਤੋਂ ਬਗੈਰ? ਅਕਾਲ ਪੁਰਖ ਦੇ ਪਿਆਰ ਤੋਂ ਬਗੈਰ। ਜਵਾਨੀ ਨੂੰ ਬੰਦਾ ਹਰ ਆਦਮੀ ਕੀਮਤੀ ਸਮਝਦਾ ਹੈ, ਸਾਰੀ ਦੁਨੀਆ ਨੂੰ ਇਸ ਦੀ ਹੈ ਕਦਰ, ਪਰ ਉਹ ਕਦਰ ਹੈ ਵੀ ਇਹਦੇ ਲਈ ਜਾਂ ਵਿਕਾਰ ਭੋਗਣੇ ਜਾਂ ਪੈਸਾ ਕਮਾਉਣਾ। ਸਤਿਗੁਰੂ ਕਹਿੰਦੇ ਸਭ ਤੋਂ ਕੀਮਤੀ ਜਵਾਨੀ, ਪਰ ਤੇਰੇ ਲਈ ਸਭ ਤੋਂ ਕੀਮਤੀ ਰੱਬ ਦਾ ਪਿਆਰ ਹੈ, ਤੂੰ ਉਹਦੇ ਤੋਂ ਜਵਾਨੀ ਨੂੰ ਵੀ ਕੁਰਬਾਨ ਕਰ ਦੇ, ਜਵਾਨੀ ਉਹਦੇ ਲੇਖੇ ਲਾ ਦੇ। ਪਿਆਰਿਓ ਇਹ ਸਮਾਂ ਸੀ ਸੰਬੰਧ ਜੋੜਨਾ ਸੀ ਰੱਬ ਨਾਲ, ਪਰ ਬੰਦੇ ਨੇ ਇਹ ਸਮਾਂ ਰੱਬ ਨਾਲ ਰਿਸ਼ਤੇਦਾਰੀ ਸੰਬੰਧ ਜੋੜਨ ਦੀ ਬਜਾਏ ਕਿਹਦੇ ਨਾਲ ਜੋੜ ਲੈਂਦਾ ਹੈ? ਸਤਿਗੁਰੂ ਜੀ ਸਾਡੇ ਅੰਦਰ ਦੀ ਨਾ ਕੱਲੀ ਕੱਲੀ ਜਿਹੜੀ ਪਰਤ ਤੇ ਕਮਜ਼ੋਰੀ ਉਹਦਾ ਨਾ ਦਰਸ਼ਨ ਕਰਾਉਂਦੇ ਤਾਂ ਕਿ ਬਿਮਾਰੀ ਦਾ ਪਤਾ ਲੱਗੇ ਅਤੇ ਫਿਰ ਉਹਦਾ ਇਲਾਜ ਵੀ ਦੱਸਦੇ ਨੇ ਵੀ ਕੀ ਕਰੀਏ। ਸਾਹਿਬ ਕਹਿੰਦੇ ਬੰਦਾ ਜ਼ਿੰਦਗੀ ਵਿੱਚ ਇੰਝ ਰਹਿੰਦਾ ਜਿਵੇਂ ਕਿਸੇ ਜੰਗਲ ਵਿੱਚ ਰਹਿੰਦਾ ਹੋਵੇ,
ਉਦਿਆਨ ਬਸਨੰ ਸੰਸਾਰੰ। ਕਹਿੰਦੇ ਜਿਵੇਂ ਜੰਗਲ ਵਿੱਚ ਬੰਦਾ ਨਾ ਕੱਲਾ ਜਿਹਾ, ਇਹ ਅਸੀਂ ਸਰੀਰ ਕਰਕੇ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਵਸੋਂ ਵਿੱਚ ਰਹਿੰਦੇ, ਪਰ ਅੰਦਰ ਡਰਿਆ ਜਿਹਾ, ਸਹਿਮਿਆ ਜਿਹਾ, ਘਬਰਾਇਆ ਜਿਹਾ, ਬੰਦੇ ਤੋਂ ਡਰ ਲੱਗ ਰਿਹਾ ਹੈ, ਖੁਰੇ ਕੱਲ੍ਹ ਨੂੰ ਕੀ ਬਣੇਗਾ। ਕਹਿੰਦੇ ਇਹਦਾ ਵਾਸਾ ਜੰਗਲ ਵਿੱਚ ਹੈ। ਕਹਿੰਦੇ ਜੰਗਲ ਵਿੱਚ ਨਹੀਂ ਜਿਹੜੀ ਰਿਸ਼ਤੇਦਾਰੀ ਅਸੀਂ ਪੰਜ ਨਾ ਸੰਬੰਧ ਜੋੜਦੇ ਹਾਂ ਵੱਧ ਤੋਂ ਵੱਧ, ਉਹ ਸਾਡਾ ਕੈਸਾ ਸਤਿਗੁਰੂ ਨਾ ਤੁਲਨਾ ਕਰਦੇ ਤਿੰਨ ਚੀਜ਼ਾਂ ਨਾਲ, ਕੁੱਤੇ ਨਾਲ, ਗਿੱਦੜ ਨਾਲ ਤੇ ਖੋਤੇ ਨਾਲ। ਫਿਰ ਕਹਿਣ ਲੱਗਾ ਵਾਂ ਕੁੱਤੇ ਨਾਲ, ਗਿੱਦੜ ਨਾਲ ਤੇ ਖੋਤੇ ਨਾਲ। ਕਹਿੰਦੇ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੈ। ਸਵਾਨ ਕਹਿੰਦੇ ਕੁੱਤੇ ਨੂੰ, ਸਿਆਲ ਕਹਿੰਦੇ ਗਿੱਦੜ ਨੂੰ, ਤੇ ਖਰਾ ਖੋਤੇ ਨੂੰ। ਸੰਬੰਧੀ ਰਿਸ਼ਤੇਦਾਰੀ ਇਹਨਾਂ ਨਾਲ ਭਾਈ। ਪਰ ਵਿਦਵਾਨਾਂ ਦਾ ਕਥਨ ਹੈ ਅਸੀਂ 4 ਤਰੀਕਿਆਂ ਨਾਲ ਜਿਉਂ ਸਕਦੇ ਹਾਂ। ਲੋਕ ਜਿਹੜੇ ਜਿਉਂਦੇ ਨੇ ਇਹ ਬੰਦੇ ਦੀ ਆਪਣੀ ਚੋਣ ਹੈ। ਚਾਹੇ ਇਹ ਪਸ਼ੂ ਦੀ ਤਰ੍ਹਾਂ ਜੀ ਲਵੇ, ਚਾਹੇ ਬੰਦਾ ਬੰਦੇ ਦੀ ਤਰ੍ਹਾਂ ਜੀ ਲਵੇ, ਚਾਹੇ ਇਹ ਬੰਦਾ ਦੇਵਤਿਆਂ ਦੀ ਤਰ੍ਹਾਂ ਜੀਵੇ, ਤੇ ਚਾਹੇ ਚੌਥਾ ਰੱਬ ਦੀ ਤਰ੍ਹਾਂ ਵੀ ਇਹ ਜੀ ਸਕਦਾ ਹੈ। ਪਰ ਇਹ ਜੀਵਨ ਆਪ ਨਹੀਂ ਮਿਲਦਾ ਮਨੁੱਖ ਦੀ ਤਰ੍ਹਾਂ ਜਾਂ ਦੇਵਤਿਆਂ ਦੀ ਤਰ੍ਹਾਂ ਜਾਂ ਰੱਬ ਦੀ ਤਰ੍ਹਾਂ। ਇਸ ਜ਼ਿੰਦਗੀ ਨੂੰ ਲੈ ਕੇ ਗੁਰੂ ਕੋਲੋਂ ਸਿੱਖਣਾ ਪੈਂਦਾ ਹੈ। ਪਰ ਜਿਹੜਾ ਆਮ ਸੰਬੰਧ ਹੈ ਉਹ ਪਸ਼ੂਆਂ ਦੇ ਨਾਲ ਹੈ। ਪਸ਼ੂਆਂ ਵਾਲਾ ਜੀਵਨ ਜੀ ਰਹੇ ਹਾਂ। ਉਹਦਾ ਕਾਰਨ ਪਸ਼ੂਆਂ 'ਚੋਂ 3 ਪ੍ਰਤੀਕ ਲਏ ਨੇ ਸਤਿਗੁਰਾਂ ਨੇ। ਕਹਿੰਦੇ ਕੁੱਤੇ ਨਾਲ ਤੁਲਨਾ ਤਾਂ ਕੀਤੀ, ਸੰਬੰਧ ਜੁੜਿਆ ਹੈ। ਕੁੱਤਾ ਬਗੈਰ ਕਾਰਨ ਤੋਂ ਦੂਸਰੇ ਕੁੱਤੇ ਨੂੰ ਵੇਖਦਾ ਤੇ ਭੌਂਕਦਾ ਹੈ, ਉਹਦੇ ਗਲ ਪੈਣ ਨੂੰ ਆਉਂਦਾ, ਕੋਈ ਉਹਨੇ ਇਹਦਾ ਹੱਕ ਨਹੀਂ ਮਾਰਿਆ, ਕੁਛ ਖੋਇਆ ਨਹੀਂ। ਜੇ ਬੰਦਾ ਵੀ ਬੰਦੇ ਨੂੰ ਵੈਸੇ ਹੀ ਵੇਖ ਕੇ ਉਹਦੇ 'ਤੇ ਹਮਲਾ ਕਰੇ, ਇਹ ਕੂਕਰ ਬਿਰਤੀ ਹੈ, ਉਹਦਾ ਵਿਗਾੜਿਆ ਕੁਛ ਵੀ ਨਹੀਂ। ਇਹ ਪਸ਼ੂ ਦਾ ਔਗਣ ਹੈ, ਇਹ ਬੰਦੇ ਦਾ ਗੁਣ ਨਹੀਂ। ਜਿਵੇਂ ਉਹ ਕੁੱਤੇ ਨੂੰ ਕੋਈ ਬੋਟੀ ਪਾਵੇ, ਲਾਲਚ ਦੇ ਕੇ ਉਹਦੇ ਮਗਰ ਤੁਰਿਆ ਜਾਏਗਾ। ਬੰਦੇ ਨੇ ਇਹੋ ਜਿਹਾ ਆਪਣਾ ਜੀਵਨ ਬਣਾ ਲਿਆ ਏ ਵੀ ਇਸ ਨੇ ਨਾ ਦੁਨੀਆ 'ਚ ਕਿਸੇ ਆਦਮੀ ਨੂੰ ਮਿੱਤਰ ਨਹੀਂ। ਇਹਨੇ ਬੋਟੀ ਵੇਖੀ, ਜਿੱਥੋਂ ਕੁਛ ਮਿਲਦਾ ਉਹਦੇ ਮਗਰ ਤੁਰ ਪੈਂਦਾ ਹੈ। ਲੋਭੀ, ਇਹਦਾ ਜੀਵਨ ਲੋਭੀ ਵਾਲਾ ਹੈ। ਕੁੱਤੇ ਵਿੱਚ ਇੱਕ ਲੋਭ ਦਾ ਔਗਣ, ਬਗੈਰ ਕਾਰਨ ਤੋਂ ਭੌਂਕਣਾ। ਕਿ ਇਸੇ ਤਰ੍ਹਾਂ ਹੀ ਨਹੀਂ ਹੈ, ਸਾਰਾ ਜੀਵਨ ਗੁਰੂ ਕੇ ਪਿਆਰੂ ਲੰਘ ਜਾਂਦਾ ਹੈ। ਜਿੱਥੋਂ ਕੁਝ ਮਿਲਣਾ ਹੋਵੇ ਉਹਦੇ ਮਗਰ, ਉੱਥੇ ਕੋਈ ਪਰਵਾਹ ਨਹੀਂ। ਇਹ ਮਾੜਾ ਚੰਗਾ ਹੈ, ਕਹਿੰਦਾ 4 ਪੈਸੇ ਆਉਂਦੇ ਮੈਂ ਕੀ ਲੈਣਾ। ਇਹ ਜੇ ਦਿਨ ਨੂੰ ਰਾਤ ਕਹੇਗਾ ਮੈਂ ਰਾਤ ਕਹਿ ਲਾਂਗਾ, ਰਾਤ ਨੂੰ ਦਿਨ ਕਹੇਗਾ ਮੈਂ ਕਹਿ ਲਾਂਗਾ। ਇਹ ਉਹਦਾ ਮਿੱਤਰ ਨਹੀਂ, ਇਹ ਆਪਣੇ ਲੋਭ ਕੋ ਕੀਨੋ ਮੀਤ। ਕਈ ਵਾਰਾਂ ਤੇ ਬੰਦਾ ਗੁਰਦੁਆਰੇ ਜਾਂ ਧਰਮ ਅਸਥਾਨਾਂ 'ਚ, ਮੰਦਰ ਮਸੀਤਾਂ 'ਚ ਵੀ ਇਸ ਲਈ ਜਾਂਦਾ ਹੈ ਵੀ ਇੱਥੋਂ ਕੁਝ ਲੈਣਾ ਹੀ। ਉਹ ਲੈਣਾ ਵੀ ਕੀ ਹੈ, ਦੁਨਿਆਵੀ ਚੀਜ਼ਾਂ। ਜਿਹਨੂੰ ਪਤਾ ਲੱਗ ਜਾਏ ਨਾ ਵੀ ਇੱਥੋਂ ਕੁਝ ਨਹੀਂ ਮਿਲਣਾ, ਇੱਕਦਮ ਛੱਡੇਗਾ। ਆਪਾਂ ਵੇਖਦੇ ਜਿੰਨੇ ਵਹਿਮ ਭਰਮ ਨੇ ਕੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲ ਆਉਂਦਿਆਂ ਨੂੰ ਕਹਿੰਦੇ 5-7 ਸਾਲ ਹੋ ਗਏ। ਕੋਈ ਬਿਮਾਰ ਹੋ ਗਿਆ, ਕੋਈ ਮੰਗ ਸੀ ਪੂਰੀ ਨਹੀਂ ਹੋਈ, ਕਹਿੰਦੇ ਫਲਾਣੀ ਜਗ੍ਹਾ 'ਤੇ ਆ ਜਾ, ਉੱਥੇ ਇੱਕਦਮ ਆ ਮੰਤਰ ਪੜ੍ਹੀ ਅਤੇ ਬਸ ਤੇਰਾ ਕੰਮ ਹੋ ਜਾਏਗਾ। ਕਿੰਨੀ ਜਗ੍ਹਾ 'ਤੇ ਸਾਡਾ ਟੇਕ ਊਟ ਆਸਰਾ ਗੁਰੂ ਕੇ ਪਿਆਰੂ ਟਿਕ ਗਿਆ ਹੈ। ਇਹ ਜਿਹੜਾ ਕੀਮਤੀ ਸਮਾਂ, ਸਾਰਾ ਹੀ ਜੀਵਨ ਬੜਾ ਕੀਮਤੀ, ਬਚਪਨ ਵੀ ਕੀਮਤੀ, ਜਵਾਨੀ ਵੀ, ਬੁਢਾਪਾ ਵੀ। ਪਰ ਸਤਿਗੁਰੂ ਕਹਿੰਦੇ ਸਭ ਤੋਂ ਕੀਮਤੀ ਸਮਾਂ ਸੀ ਜਿੱਥੇ ਹਰ ਪ੍ਰਕਾਰ ਦੀ ਰੱਬ ਦੀ ਤਾਕਤ, ਕੁਦਰਤ ਦੀ ਤਾਕਤ ਤੇਰੇ ਨਾਲ ਸੀ। ਉਹ ਤੂੰ ਪਸ਼ੂਆਂ ਦੀ ਤਰ੍ਹਾਂ ਜੀਵਿਆ ਤੇ ਕੀ ਜੀਵਿਆ। ਲੋਭ ਦੀ ਤਰ੍ਹਾਂ ਜੇ ਬੰਦੇ ਨੂੰ ਪਤਾ ਲੱਗੇ ਗੁਰੂ ਘਰੋਂ ਕੁਛ ਨਹੀਂ ਤੇ ਕਿਸੇ ਹੋਰ ਦਰ 'ਤੇ ਪਹੁੰਚ ਜਾਂਦਾ, ਮਤਲਬ ਗੁਰੂ ਨਾਲ ਪਿਆਰ ਨਹੀਂ। ਪਿਆਰ ਸੀ ਉਸ ਚੀਜ਼ ਨਾਲ, ਜੇ ਕੋਈ ਮਿਲ ਗਈ ਠੀਕ ਹੈ, ਨਹੀਂ ਤਾਂ ਕਿਸੇ ਹੋਰ ਪਾਸੇ ਨੂੰ ਉਸੇ ਵਕਤ ਤੁਰ ਪਾਂਗੇ। ਦੂਜੀ ਰਹਿ ਗਈ ਗੱਲ ਗੁਰੂ ਕੇ ਪਿਆਰਿਓ, ਕੂਕਰ ਬਿਰਤੀ ਹੈ ਨਾ। ਮਹਾਰਾਜ ਨੇ ਐਵੇਂ ਨਹੀਂ ਕਿਹਾ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ। ਰਿਸ਼ਤਾ ਕੁੱਤੇ ਕੂਕਰ ਬਿਰਤੀ ਨਾਲ ਜੋੜ ਲਿਆ। ਪਿਆਰਿਓ ਬਗੈਰ ਕਾਰਨ ਤੋਂ ਕਿਸੇ ਦੂਸਰੇ 'ਤੇ ਹਮਲਾ ਕਰਨਾ। ਦੇਖੋ ਕਹਿੰਦੇ ਜਿਹੜਾ ਕੋਬਰਾ ਹੈ ਨਾ, ਕੋਬਰਾ ਉਹਦੇ ਵਿੱਚ ਜ਼ਹਿਰ ਹੈ ਸੱਪ 'ਚ, ਉਹ ਜਦੋਂ ਡੰਗ ਮਾਰੇ ਤੇ ਉਹਦੇ 4 ਬੰਦਿਆਂ ਨੂੰ ਇੱਕੋ ਵਕਤ ਉਹ ਡੰਗ ਸਕਦਾ ਹੈ, ਉਹਦੀ ਜ਼ਹਿਰ ਮੁੱਕ ਜਾਏਗੀ। ਉਸ ਤੋਂ ਬਾਅਦ ਅਜੇ ਜ਼ਹਿਰ ਨਹੀਂ, ਉਹ ਕਿਸੇ ਬੰਦੇ ਨੂੰ ਡੰਗ ਨਹੀਂ ਮਾਰ ਸਕਦਾ। ਵੱਧ ਤੋਂ ਵੱਧ ਉਹ 4 ਬੰਦੇ ਮਾਰੇਗਾ। ਜੇ ਸ਼ੇਰ ਖਾਏ, ਉਹਨੂੰ ਭੁੱਖ ਲੱਗੀ ਹੋਵੇ, 2 ਕੁ ਬੰਦਿਆਂ ਨੂੰ ਮਾਰ ਕੇ ਖਾ ਲਵੇਗਾ, ਉਸ ਤੋਂ ਬਾਅਦ ਰੱਜ ਗਿਆ, ਉਹ ਕਿਸੇ ਵੱਲ ਉਹਨੇ ਝਾਕਣਾ ਨਹੀਂ।
ਪਰ ਬੰਦਾ ਕੈਸਾ ਪਸ਼ੂ ਬਿਰਤੀ ਹੈ। ਜੇ ਕਿਧਰੇ ਹਿਟਲਰ ਵੱਲ ਵੇਖੋ, ਉਹ 2.5 ਕਰੋੜ ਬੰਦੇ ਦਾ ਉਹ ਕਤਲ ਕਰ ਰਿਹਾ ਬਗੈਰ ਕਾਰਨ ਤੋਂ, ਜਿਹੜੇ ਉਹਨੇ ਜ਼ੁਲਮ ਕੀਤੇ। ਅੱਜ ਵੀ ਉਹ ਗਾਥਾ ਸੁਣ ਕੇ ਬੰਦੇ ਦੀ ਰੂਹ ਕੰਬ ਜਾਂਦੀ ਹੈ। ਆਮ ਲੋਕਾਂ ਨੂੰ ਵੈਸੇ ਹੀ ਕਿਸੇ ਵਿੱਚ ਡੱਕ ਦੇਣਾ, ਕਿਸੇ ਕੰਟੇਨਰਾਂ ਵਿੱਚ, ਕਿਸੇ ਮਕਾਨਾਂ ਵਿੱਚ ਉੱਪਰੋਂ ਗੈਸ ਛੱਡ ਦੇਣੀ ਅਤੇ ਉਹ ਗੈਸ ਨਾਲ ਹੀ ਉਹਨਾਂ ਦੇ ਸਾਹ ਘੁੱਟਣੇ ਅਤੇ ਮਰ ਜਾਣੇ। 2.5 ਕਰੋੜ ਬੰਦਾ ਮਾਰ ਰਿਹਾ ਹੈ। ਚਾਈਨਾ ਦੇ ਅੰਦਰ ਕਹਿੰਦੇ ਤੁੰਗ ਵਰਗੇ ਨੇ 3 ਕਰੋੜ ਲੋਕਾਂ ਦਾ ਘਰ ਉਜਾੜਿਆ। ਕਾਹਦੇ ਲਈ? ਬਗੈਰ ਕਾਰਨ ਤੋਂ। ਇੱਕ ਦੂਸਰੇ ਦੇ ਉੱਪਰ ਗੁਰੂ ਕੇ ਪਿਆਰਿਓ ਰਾਜ ਭਾਗ ਦੀ ਭਾਵਨਾ, ਜਿਹੜਾ ਕੋਈ ਸਾਹਮਣੇ ਉਹਦੇ ਖਲੋਤਾ ਉਹਦੇ ਨਾਲ ਤੇ ਲੜੇ। ਈਰਖਾ ਸਤਿਗੁਰੂ ਜੀ ਨਾ ਬਚਨ ਕਰਦੇ ਨੇ। ਸਾਹਿਬ ਕਹਿੰਦੇ ਐ ਰਖਵਾਦ ਨ ਕੀਜੈ ਰੇ ਮਨ, ਸੋ ਕ੍ਰਿਤ ਕਰ ਲੀਜੈ ਰੇ ਮਨ। ਈਰਖਾ ਵਸ ਜੇ ਈਰਖਾ ਅੰਦਰ ਏ, ਇਹ ਪਸ਼ੂ ਬਿਰਤੀ। ਸਤਿਗੁਰੂ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਇਹ ਕੋਈ ਬੰਦਿਆਂ ਵਾਲਾ ਕੰਮ ਨਹੀਂ। ਸਾਹਿਬ ਕਹਿੰਦੇ ਦੂਸਰਾ ਏ ਮਨੁੱਖ ਦੀ ਤਰ੍ਹਾਂ ਜਿਉਣਾ। ਮਨੁੱਖ ਦੇ ਅੰਦਰ ਪਿਆਰ ਹੋਵੇ। ਲੋਭ ਦਾ ਮਤਲਬ ਹੁੰਦਾ ਲੈਣਾ, ਪ੍ਰੇਮ ਦਾ ਅਰਥ ਹੁੰਦਾ ਦੇਣਾ ਕਿਸੇ ਦੂਸਰੇ ਨੂੰ। ਬੰਦਾ ਇਸ ਤਰ੍ਹਾਂ ਜੀਵੇ, ਕਿਸੇ ਦੂਸਰੇ ਨੂੰ ਕੋਲੋਂ ਕੁਛ ਦੇਵੇ। ਸਾਨੂੰ ਸਤਿਗੁਰੂ ਜਿਹੜਾ ਗੁਣ ਦਿੱਤਾ ਨਾ ਵੀ ਕਿਰਤ ਤੇ ਕਰੋ, ਇਹ ਤਾਂ ਕੇਵਲ ਆਪਣੇ ਲਈ ਹੋ ਗਈ ਨਾ ਵੀ ਰੋਟੀ ਖਾਣੀ। ਵੰਡ ਛਕਣ ਦਾ ਮਤਲਬ ਹੀ ਇਹ ਇਨਸਾਨਾਂ ਦੂਸਰਿਆਂ ਨਾਲ ਪਿਆਰ ਹੈ। ਜਦੋਂ ਕਾਲ ਪਿਆ ਗੁਰੂ ਅਰਜਨ ਸਾਹਿਬ ਵੇਲੇ ਲਾਹੌਰ ਵਿੱਚ ਕਿੰਨੇ ਲੋਕ ਦੁਖੀ ਨੇ। ਸਤਿਗੁਰੂ ਪੂਰਾ ਪਰਿਵਾਰ ਅਤੇ ਸਿੱਖਾਂ ਨੂੰ ਲੈ ਕੇ ਉੱਥੇ ਰੱਬ ਦੇ ਬੰਦਿਆਂ ਦੀ ਸੇਵਾ ਪੇ ਕਰਦੇ ਨੇ। ਕੋਈ ਕਹਿੰਦੇ ਜੀ ਉਹ ਦੂਜੇ, ਕੋਈ ਮੁਸਲਮਾਨ, ਕੋਈ ਹਿੰਦੂ ਨਹੀਂ ਕਹਿੰਦੇ। ਇਨਸਾਨ ਕੇਵਲ ਇੱਕ ਇਨਸਾਨ ਹੈ। ਉਹਨੂੰ ਕਦੇ ਨਾ ਵੇਖੋ ਇਹਦਾ ਮਜ਼ਹਬ, ਇਹਦਾ ਧਰਮ, ਇਹਦਾ ਦੇਸ਼ ਕਿਹੜਾ। ਹਰ ਬੰਦਾ ਇੱਕੋ ਬਾਪ ਦੀ ਔਲਾਦ ਹੈ। ਮੇਰਾ ਵੀ ਬਾਪ ਉਹ ਪਰਮਾਤਮਾ, ਦੂਸਰੇ ਦਾ ਵੀ ਉਹ। ਭਾਈ ਗੁਰਦਾਸ ਸਾਹਿਬ ਤਾਂ ਕਹਿੰਦੇ ਬੰਦੇ ਦਾ ਗੁਣ ਹੈ। ਮੈਂ ਗੱਲ ਕਰ ਰਿਹਾ ਸਾਹਿਬ ਤੇ ਕਹਿੰਦੇ ਰੱਬ ਨਾਲ ਪਿਆਰ ਪਾਉਣਾ ਸੀ। ਅਜੇ ਬੰਦੇ ਨਾਲ ਹੀ ਨਹੀਂ ਪਾਇਆ ਤੇ ਇਹਨੇ ਰੱਬ ਨਾਲ ਕੀ ਪਾਉਣਾ ਸੀ। ਇਹਨੇ ਤੇ ਆਪਣੇ ਲਾਲਚ ਨੂੰ ਪਹਿਲਾਂ ਪਾਇਆ। ਭਾਈ ਗੁਰਦਾਸ ਸਾਹਿਬ ਇੱਕ ਜਗ੍ਹਾ ਤੇ ਬਚਨ ਕਰਦੇ ਹੋ, ਕਹਿੰਦੇ ਜਿਵੇਂ ਤੈਨੂੰ ਆਪਣੇ ਬੱਚੇ ਪਿਆਰੇ ਲੱਗਦੇ ਨੇ ਨਾ, ਇਵੇਂ ਦੂਸਰਿਆਂ ਦੇ ਬੱਚਿਆਂ ਨੂੰ ਵੇਖ ਕੇ ਉਹਨਾਂ ਮਾਪਿਆਂ ਨੂੰ ਵੀ ਇਸੇ ਤਰ੍ਹਾਂ ਪਿਆਰੇ ਲੱਗਦੇ ਨੇ। ਜਿਵੇਂ ਤੇਰਾ ਜੀਅ ਕਰਦਾ ਹੈ ਨਾ ਵੀ ਤੇਰੇ ਕੋਲ, ਤੇਰੇ ਤੇ ਤੇਰੇ ਬੱਚਿਆਂ ਕੋਲ ਸੋਹਣਾ ਘਰ ਹੋਵੇ, ਇਵੇਂ ਦੂਜੇ ਦਾ ਵੀ ਜੀਅ ਕਰਦਾ, ਉਹਦੀ ਵੀ ਉਹੀ ਭਾਵਨਾ ਹੈ। ਜਿਵੇਂ ਤੂੰ ਚਾਹੁੰਦਾ ਮੇਰੇ ਤੇ ਪਰਿਵਾਰ ਦੀ ਉਸਤਤ ਹੋਵੇ, ਇਵੇਂ ਦੂਜੇ ਵੀ ਚਾਹੁੰਦੇ। ਸਮਝ ਪਈ ਸਾਰੇ ਏਕ ਪਿਤਾ ਏਕਸ ਕੇ ਖੰਬਾਰਕ, ਤੂੰ ਮੇਰਾ ਗੁਰ ਖਾਈ। ਪਿਆਰੇ ਗੁਰ ਇਹ ਗੱਲ ਸਤਿਗੁਰੂ ਸਿਖਾਉਂਦੇ, ਕਹਿੰਦੇ ਮਨੁੱਖ ਦੀ ਤਰ੍ਹਾਂ ਜੀਵੋ। ਇਨਸਾਨ ਦੇ ਅੰਦਰ ਕੁਝ ਦੂਸਰੇ ਨੂੰ ਦੇਣ ਦੀ ਭਾਵਨਾ ਵੇ ਵੀ ਵੰਡ ਛਕੋ। ਜੇ ਮੈਂ ਰੱਜ ਕੇ ਰੋਟੀ ਖਾ ਲਈ ਤੇ ਗਵਾਂਢੀ ਭੁੱਖਾ ਹੀ, ਇਹ ਕੋਈ ਇਨਸਾਨੀਅਤ ਤੇ ਨਹੀਂ। ਥੋੜ੍ਹੇ 'ਚੋਂ ਥੋੜ੍ਹਾ ਵੰਡ ਲਓ। ਸਾਡਾ ਤੇ ਇਤਿਹਾਸ ਹੈ ਪਿਆਰੇ, ਜਦੋਂ ਸਿੰਘ ਜੰਗਲਾਂ ਵਿੱਚ ਵੀ ਰਹਿੰਦੇ ਸੀ ਨਾ, ਹਕੂਮਤਾਂ ਨਹੀਂ ਸੀ ਰਹਿਣ ਦਿੰਦੀਆਂ ਪਿੰਡਾਂ ਸ਼ਹਿਰਾਂ 'ਚ, ਜੰਗਲਾਂ ਵਿੱਚ ਵੀ ਖਮਲੇ ਖੁੰਦੇ ਰਹਿੰਦੇ। ਲੁੱਕ ਛਿਪ ਕੇ ਕਦੇ ਕਿੱਥੇ ਰਹਿਣਾ, ਕਈ ਦਿਨ ਕੋਈ ਛਕਣ ਨੂੰ ਨਾ ਮਿਲਣਾ। ਜਦੋਂ ਕਿਧਰੇ ਉੱਥੋਂ ਹੀ ਜੰਗਲ ਵਿੱਚੋਂ ਸਾਗ ਆਦਿਕ ਕੀ ਤੋੜ ਤਾੜ ਕੇ ਕੁਛ ਬਣਾਉਣਾ, ਲੂਣ ਮਿਰਚ ਮਿਲਣੀ ਨਹੀਂ, ਤੇ ਉਸੇ ਤਰ੍ਹਾਂ ਹੀ ਉਦੋਂ ਵੀ ਤਿਆਰ ਕਰਕੇ ਤੇ ਪਹਿਲਾਂ ਆਵਾਜ਼ ਦਿੰਦੇ, ਦੇਤ ਆਵਾਜ਼ਾ ਭੁੱਖਾ ਕੋਈ ਆਓ, ਦੇਗ ਤਿਆਰ ਗੁਰ ਖੋਈ। ਕਹਿੰਦੇ ਭਾਈ ਗੁਰੂ ਕਾ ਲੰਗਰ ਤਿਆਰ ਹੈ, ਆਓ ਜਿਹਨੇ ਛਕਣਾ ਹੈ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਜੇ ਦੁਸ਼ਮਣ ਵੀ ਆਵਾਜ਼ ਸੁਣ ਕੇ ਆ ਜਾਵੇ ਤੇ ਉਹਨੂੰ ਆਪਣਾ ਮਿੱਤਰ ਵੀਰ ਜਾਣ ਕੇ ਪ੍ਰਸ਼ਾਦ ਛਕਾ ਕੇ ਤੋਰਦੇ ਸਨ। ਇਹ ਨਹੀਂ ਉਹਦੇ ਤੇ ਹਮਲਾ ਕਰਨਾ। ਇਨਸਾਨੀਅਤ ਹੈ ਇਹ ਵੰਡ ਛਕਣਾ। ਪਿਆਰੂ ਅੱਜ ਵੀ ਦੇਖਦੇ ਹੋ ਨਾ, ਜਿੱਥੇ ਮਰਜ਼ੀ ਕੋਈ ਦੁੱਖ ਦੀ ਘੜੀ ਆਵੇ, ਚਾਹੇ ਅਮਰੀਕਾ 'ਚ ਆਈ, ਚਾਹੇ ਸੀਰੀਆ 'ਚ ਆਈ, ਚਾਹੇ ਕਿਸੇ ਹੋਰ ਮੁਲਕਾਂ ਦੇ ਅੰਦਰ, ਉੱਥੇ ਗੁਰੂ ਕੇ ਪਿਆਰੇ ਮਾਇਆ ਇਕੱਠੀ ਕਰਕੇ ਲੰਗਰ ਪਾਣੀ ਦਾ ਪ੍ਰਬੰਧ ਕਰ, ਉੱਥੇ ਉਹਨਾਂ ਲਈ ਲੈ ਜਾਂਦੇ ਕਾਰਨ। ਪਿੱਛੇ ਜੀ ਅਮਰੀਕਾ ਵਿੱਚ ਜਦੋਂ ਕਾਲੇ ਰੰਗ ਦੇ ਵੀਰਾਂ ਨਾਲ ਧੱਕਾ ਹੋਇਆ, ਉਹਨਾਂ ਪ੍ਰੋਟੈਸਟ ਕੀਤੇ, ਉਹ ਦੁੱਖ ਦੀ ਘੜੀ ਸੜਕਾਂ 'ਤੇ ਸਨ, ਰੋਹ ਕੁਰਲਾ ਰਹੇ ਸਨ। ਉਹਨਾਂ ਲਈ ਵੀ ਉਹਨਾਂ ਦੁਖੀਆਂ ਨਾਲ ਜਾ ਕੇ ਗੁਰੂ ਕੇ ਸਿੱਖ ਖਲੋਤੇ, ਪ੍ਰਸ਼ਾਦ ਪਾਣੀ ਛਕਾ ਰਹੇ ਹਨ। ਇਹ ਇਨਸਾਨੀਅਤ ਹੈ ਗੁਰੂ ਕੇ ਪਿਆਰਿਓ। ਕਿਸੇ ਦੂਸਰੇ ਨੂੰ ਦੇ ਨਾਲ ਹਮਦਰਦੀ ਰੱਖਣੀ।
ਪਸ਼ੂਆਂ ਦੀ ਤਰ੍ਹਾਂ ਤੇ ਬੜੀ ਦੁਨੀਆ ਜਿਉਂਦੀ, ਬੰਦਾ ਮਨੁੱਖ ਦੀ ਤਰ੍ਹਾਂ ਜੀ ਲਵੇ। ਪਰ ਕਿੰਨੇ ਕੁ ਲੋਕ ਨੇ ਇਸ ਤਰ੍ਹਾਂ ਜਿਉਣ ਵਾਲੇ? ਬਹੁਤੇ ਨਹੀਂ, ਚੰਦ ਲੋਕ ਨੇ। ਨਹੀਂ ਤਾਂ ਕਦੇ ਕੋਈ ਮੁਲਕ ਭੁੱਖਾ ਰਹਿ ਨਹੀਂ ਸਕਦਾ। ਇੰਨੀ ਗਰੀਬੀ ਨਾਲ ਲੋਕ ਮਰਨ ਨਹੀਂ ਨਾ। ਤੋ ਖੈਰ ਗੱਲ ਕਰ ਰਿਹਾ ਸਾਂ ਤੀਸਰਾ ਸੰਬੰਧ ਗੁਰੂ ਕੇ ਪਿਆਰਿਓ, ਲੋਭ ਦੇ ਅੰਦਰ ਬੰਦਾ ਲੈਂਦਾ ਹੈ ਤੇ ਪ੍ਰੇਮ ਵਿੱਚ ਦਿੰਦਾ ਹੈ। ਦੇਵ ਤੇ ਮੈਂ ਇੱਕ ਹੋਰ ਬੇਨਤੀ ਕਰਾਂ ਸਾਧ ਸੰਗਤ, ਇਹ ਜਿਉਣ ਦਾ ਢੰਗ ਹੈ ਨਾ। ਅੱਜ ਸਾਹਿਬ ਜੀ ਨੇ ਕਿਹਾ ਹੈ, ਦੇਖ ਜਵਾਨੀ ਤੂੰ ਗਵਾ ਲਈ, ਬੁਢਾਪਾ ਹੁਣ ਜਿੱਤ ਗਿਆ ਹੈ, ਜ਼ਿੰਦਗੀ ਤੇਰੀ ਲੰਘ ਰਹੀ ਹੈ, ਵੇਖੀ ਕਿਧਰੇ ਇਹ ਵੀ ਨਾ ਲੰਘ ਜਾਵੇ। ਇਹ ਜੀਵਨ ਜਿਉਣ ਦਾ ਢੰਗ ਸਿੱਖ, ਕਿਵੇਂ ਜਿਉਣਾ, ਪਸ਼ੂਆਂ ਦੀ ਤਰ੍ਹਾਂ ਨਹੀਂ, ਮਨੁੱਖ ਦੀ ਤਰ੍ਹਾਂ। ਫਿਰ ਦੂਸਰਾ ਗੁਰੂ ਕੇ ਪਿਆਰਿਓ, ਅਗਲੀ ਗੱਲ ਆਉਂਦੀ ਹੈ, ਪਹਿਲਾ ਲੋਭ, ਦੂਸਰਾ ਪ੍ਰੇਮ ਦਾ ਜੀਵਨ, ਤੀਸਰਾ ਸ਼ਰਧਾ ਦਾ ਤੇ ਚੌਥਾ ਭਗਤੀ ਦਾ। ਸਾਧ ਸੰਗਤ, ਸ਼ਰਧਾ ਕਿਹਦੇ ਤੇ ਬਣਦੀ? ਵੱਟੇ ਤੇ। ਸਤਿਗੁਰੂ ਜੋ ਕਵੇ ਉਹਦੇ ਤੇ ਕਦੇ ਕੋਈ ਸਵਾਲ ਨਾ ਕਰੇ, ਵਿਚਾਰ ਨਾ ਕਰੀਏ। ਸਤਿਗੁਰੂ ਨਾਲ ਪਿਆਰ ਪਾਈਏ। ਪਹਿਲਾਂ ਪਿਆਰ ਪਾਵਾਂਗੇ, ਪਿਆਰ ਹੋਏਗਾ ਤੇ ਸ਼ਰਧਾ ਹੋਏਗੀ। ਜੇ ਬੰਦੇ ਲਈ ਪਿਆਰ ਨਹੀਂ ਤੇ ਗੁਰੂ ਲਈ ਕਿੱਥੋਂ? ਭਾਈ ਕੱਟੂ ਵਰਗੇ ਨੇ ਕਿ ਸਿੱਖ ਕੋਈ ਸ਼ਹਿਦ ਲੈ ਕੇ ਆ ਰਿਹਾ ਸੀ ਤੇ ਉਹ ਭਾਈ ਕੱਟੂ ਰਸਤੇ 'ਚ ਉਹਨੂੰ ਮਿਲ ਗਿਆ। ਕਹਿਣ ਲੱਗੇ ਸ਼ਹਿਦ ਕਿਹਦੇ ਲਈ ਲੈ ਕੇ ਚੱਲੇ ਆ? ਗੁਰੂ ਹਰਗੋਬਿੰਦ ਪਾਤਸ਼ਾਹ ਲਈ। ਮੈਂ ਇੱਕ ਲੋੜਵੰਦ ਹਾਂ, ਤੂੰ ਇੰਨੀ ਸ਼ਹਿਦ ਦੀ ਤਾਰੀਫ ਕੀਤੀ, ਮੈਨੂੰ ਵੀ ਛਟਾਕੀ ਕੋ ਦੇ ਦੇ। ਉਹ ਕਹਿੰਦਾ ਨਹੀਂ, ਮੈਂ ਗੁਰੂ ਵਾਸਤੇ ਲੈ ਕੇ ਚੱਲਿਆ। ਉਹਨੇ ਬੜੇ ਤਰਲੇ ਮਿੰਨਤਾਂ ਕੀਤੇ, ਗੁਰੂ ਖੁਸ਼ ਹੋਏਗਾ, ਦੇ ਦੇ, ਮੈਂ ਲੋੜਵੰਦ ਹਾਂ। ਸਤਿਗੁਰੂ ਨੂੰ ਪਿਆਰ ਦੀ ਲੋੜ ਹੁੰਦੀ ਹੈ, ਸ਼ਰਧਾ ਰੱਖੋ। ਪਰ ਨਹੀਂ, ਕਹਿਣ ਲੱਗਾ ਤੈਨੂੰ ਨਹੀਂ ਦੇਣਾ। ਜਦੋਂ ਗੁਰੂ ਸਾਹਿਬ ਕੋਲ ਲੈ ਗਿਆ ਤੇ ਸਤਿਗੁਰੂ ਨੇ ਪ੍ਰਵਾਨ ਨਹੀਂ ਕੀਤਾ। ਕਹਿਣ ਲੱਗੇ ਜਦੋਂ ਬੰਦੇ ਦੇ ਰੂਪ ਵਿੱਚ ਮੰਗਦੇ ਸਾਂ ਤੇ ਦਿੱਤਾ ਨਾ, ਹੁਣ ਕਿਹਨੂੰ ਦੇਣ ਆਏ? ਸੋ ਜਦੋਂ ਅਸੀਂ ਪਿਆਰ ਪੈਦਾ ਕਰਾਂਗੇ, ਉਹ ਪਿਆਰ ਰੱਬ ਦੇ ਜੀਵਾਂ ਲਈ, ਕਿਸੇ ਦਿਨ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਦੁੱਖ ਨੂੰ ਵੰਡਾਵਾਂਗੇ, ਭੁੱਖੇ ਨੂੰ ਰੋਟੀ ਦਿਆਂਗੇ ਅੰਦਰ ਤੇ ਉਹਦੇ 'ਚ ਇੱਕ ਜੀਵਨ ਮਿਲੇਗਾ। ਫਿਰ ਸ਼ਰਧਾ ਸਤਿਗੁਰੂ ਲਈ, ਜਦੋਂ ਸ਼ਰਧਾ ਆਉਂਦੀ ਹੈ ਨਾ, ਫਿਰ ਸਤਿਗੁਰੂ ਜੀ ਦੇ ਪਿਆਰਿਓ ਇਹੋ ਜਿਹੀ ਸੁਰਤੀ ਬਿਰਤੀ ਦੇਣਗੇ। ਸਤਿਗੁਰੂ ਰੱਬ ਲਈ ਵੀ ਪਿਆਰ ਪੈਦਾ ਕਰਨਗੇ ਤੇ ਰੱਬ ਦੇ ਜੀਵਾਂ ਲਈ ਵੀ ਅਟੁੱਟ ਪਿਆਰ ਪੈਦਾ ਕਰਨਗੇ। ਸ਼ਰਧਾ ਕੀ ਕਰਦੀ ਏ? ਇਹ ਬਹੁਤ ਗੁਣਾਂ ਨੂੰ ਨਹੀਂ ਅੰਦਰ ਲਿਆਉਂਦੀ, ਕੇਵਲ ਰੱਬ ਨੂੰ ਸੱਦਾ ਦਿੰਦੀ ਏ। ਸੱਦਾ ਵੀ ਮੇਰੇ ਘਰ ਆ। ਭਾਈ ਗੁਰਦਾਸ ਸਾਹਿਬ ਨਾ ਜਦੋਂ ਵਾਰਾਂ ਪੜ੍ਹੋ ਤੇ ਕਈ ਵਾਰ ਇਹੋ ਜਿਹੀਆਂ ਵਾਰਾਂ ਵਿੱਚ ਉਹ ਜ਼ਿਕਰ ਕਰਦੇ ਨੇ ਜਿਹੜੀਆਂ ਆਮ ਲੋਕੀ ਗੀਤ ਗਾਉਂਦੇ ਨੇ, ਲੈਲਾ ਮਜਨੂ ਦਾ, ਸੱਸੀ ਪੁੰਨੂ ਦਾ, ਹੀਰ ਤੇ ਰਾਂਝੇ ਦਾ, ਸੋਹਣੀ ਮਹੀਵਾਲ ਦਾ, ਤੇ ਬੰਦਾ ਹੈਰਾਨ ਹੋ ਜਾਂਦਾ ਏ। ਕਈ ਵਾਰ ਐਸਾ ਹੋਇਆ ਵੀ ਏ, ਰਾਗੀ ਸਿੰਘ ਕਿਧਰੇ ਕੀਰਤਨ ਕਰਨ, ਵਾਰ ਦੀ ਆਖਰੀ ਪੰਕਤੀ ਪੀਰ ਮੁਰੀਦਾਂ ਪਿਰਖੜੀ ਗਾਵਨ ਪ੍ਰਭਾਤੀ, ਸ਼ੁਰੂ ਹੁੰਦਾ ਲੈਲਾ ਮਜਨੂ ਆਸ਼ਕੀ ਚੌਂਚੱਕੀ ਜਾਤੀ, ਸੋਰਠ ਬੀਚਾ ਗਾਵੀ ਜਾ ਸੁਗੜਾ ਵਾਤੀ, ਸੋਹਣੀ ਮਹੀਵਾਲ ਨੂੰ ਨੇ ਤਰਦੀ ਰਾਤੀ, ਰਾਂਝਾ ਖੀਰ ਵਖਾਣੀਏ। ਮੇਰੇ ਕਹਿਣ ਤੋਂ ਭਾਵ ਸੀਗਾ ਵੀ ਇਹ ਜਿਹੜੀਆਂ ਕਹਾਣੀਆਂ ਨੇ, ਜਦੋਂ ਰਾਗੀ ਸਿੰਘਾਨ ਪੀਰ ਮੁਰੀਦਾਂ ਪਿਰਖੜੀ ਗਾਵਨ ਪ੍ਰਭਾਤੀ, ਇਹ ਪ੍ਰਮਾਣ ਗਾਣ ਤੇ ਬੰਦਾ ਸੋਚਦਾ ਗੁਰਦੁਆਰੇ ਆਏ ਆ ਕਿ ਕਿਸੇ ਗਾਣ ਵਜਾਉਣ ਵਾਲੀ ਜਗ੍ਹਾ ਤੇ ਕੋਈ ਗਾਣੇ ਸੁਣਨ ਆਇਆ। ਮਹਾਰਾਜ ਜੀ ਦੇ ਘਰ ਲੈਲਾ ਮਜਨੂ ਦਾ ਕੀ ਕੰਮ, ਹੀਰ ਤੇ ਰਾਂਝੀ ਦਾ ਕੀ ਕੰਮ, ਸੱਸੀ ਤੇ ਪੁੰਨੂ ਦਾ? ਤੇ ਉਹ ਭਾਈ ਗੁਰਦਾਸ ਸਾਹਿਬ ਜੀ ਹਵਾਲਾ ਦੇਣ, ਜਿਨ੍ਹਾਂ ਨੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਲਮ ਨਾਲ ਸੇਵਾ ਕੀਤੀ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਮਾਣ ਦਿੱਤਾ, ਉਹਨਾਂ ਦੇ ਵਾਰਾਂ ਨੂੰ ਕੁਰਬਾਨੀ ਦੀ ਕੁੰਜੀ ਤੱਕ ਕਹਿ ਦਿੱਤਾ। ਕਈ ਵਾਰ ਸਾਡੀ ਸੋਚ ਉਹਨੀ ਕੰਮ ਨਹੀਂ ਕਰਦੀ ਜਿੰਨੇ ਉੱਚੇ ਬਚਨ ਮਹਾਂਪੁਰਖ ਲੋਕ, ਸਤਿਪੁਰਖ ਤੇ ਬਖਸ਼ੇ ਲੋਕ ਕਰਦੇ ਨੇ। ਹੋਇਆ ਕਿ ਭਾਈ ਗੁਰਦਾਸ ਸਾਹਿਬ ਜੀ ਇਹ ਬਚਨ ਕਰਦੇ ਨੇ, ਉਹਨਾਂ 'ਚੋਂ ਗੁਣ ਲੈਂਦੇ ਨੇ। ਪੁੱਤ ਇੱਕ ਇਨਸਾਨ ਨੂੰ ਪਿਆਰ ਕਰਦੇ ਸਨ, ਸਿੱਖਾ ਤੂੰ ਗੁਰੂ ਨੂੰ ਜਦੋਂ ਪਿਆਰ ਕਰਨਾ ਤੇ ਤੇਰਾ ਅੰਦਰ ਕਿੰਨਾ ਕੁ ਪਿਆਰ, ਜਿਹੜੀ ਸ਼ਰਧਾ ਹੈ ਨਾ, ਉਹਦੇ ਵਿੱਚ ਬੰਦਾ ਆਪਾ ਕੁਰਬਾਨ ਕਰਦਾ, ਨਿਸ਼ਾਵਰ ਕਰਦਾ ਹੈ, ਪ੍ਰੇਮ ਵਿੱਚ ਦਿੰਦਾ ਹੈ। ਇਸੇ ਤਰ੍ਹਾਂ ਪ੍ਰੇਮ ਹੀ ਵੱਡਾ ਹੋ ਕੇ ਸ਼ਰਧਾ ਵਿੱਚ ਨਿਸ਼ਾਵਰ ਆਪਾ ਕੁਰਬਾਨ ਕਰੀਦਾ ਹੈ। ਇੱਕ ਵਾਰ ਨਾ ਪਿਆਰੇ ਭਾਈ ਨੰਦ ਲਾਲ ਸਾਹਿਬ ਜੀ ਸ਼ਾਇਰ ਸਨ, ਸਤਿਗੁਰੂ ਦੇ ਨਸਾਜੇ ਨਿਵਾਜੇ, ਬੜੇ ਕਵੀ, ਅਨੰਦਪੁਰ ਸਾਹਿਬ ਉਹਦੇ ਕਵੀ ਆਇਆ,
ਉਹ ਕਹਿੰਦੇ ਭਾਈ ਸਾਹਿਬ ਮੈਂ ਵੀ ਤੁਹਾਨੂੰ ਕਵਿਤਾ ਇੱਕ ਆਪਣੀ ਸੁਣਾਣੀ, ਮੈਂ ਬੜੀ ਪਿਆਰੀ ਲਿਖੀ ਹੈ। ਕਹਿੰਦੇ ਸੁਣਾਓ। ਉਹਨੇ ਸੁਣਾਇਆ ਮਜਨੂ ਦਾ ਪਹਿਲਾ ਕਿੱਸਾ। ਵੀ ਇੱਕ ਦਿਨ ਨਾ ਲੈਲਾ ਨੂੰ ਇੰਨਾ ਪਿਆਰ ਕਰਦਾ ਸੀ, ਲੈਲਾ ਦੇ ਘਰੋਂ ਕੁੱਤਾ ਆਇਆ, ਪਤਾ ਲੱਗਾ ਲੈਲਾ ਦੇ ਵਿਹੜੇ 'ਚੋਂ ਆਇਆ। ਮਜਨੂ ਪਾਗਲ ਹੋਇਆ, ਕੁੱਤੇ ਦੇ ਪੈਰੀਂ ਪਈ ਜਾਵੇ। ਭਾਈ ਗੁਰਦਾਸ ਸਾਹਿਬ ਨੇ ਵੀ ਲਿਖਿਆ ਹੈ ਅਤੇ ਭਾਈ ਨੰਦ ਲਾਲ ਸਾਹਿਬ ਨੇ ਵੀ ਇਹ ਬਚਨ ਫਿਰ ਕੀਤਾ ਜ਼ਿਕਰ। ਕਹਿੰਦੇ ਉਹ ਮਜਨੂ ਜਿਹੜਾ ਨਾ ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲੁਭਾਣਾ। ਉਹ ਕਹਿੰਦਾ ਲੈਲਾ ਦੀ ਦਰਗਾਹ ਤੋਂ ਆਇਆ, ਉਹਦੇ ਘਰੋਂ ਆਇਆ ਹੈ, ਜਿਹਨੂੰ ਮੈਂ ਪਿਆਰ ਕਰਦਾ ਉਸ ਮੈਂ ਤੇ ਨਹੀਂ ਜਾ ਸਕਦਾ, ਪਰ ਉਸ ਪਿਆਰੇ ਦੇ ਘਰੋਂ ਜੇ ਕੁੱਤਾ ਵੀ ਖੋ ਕੇ ਆਇਆ ਤੇ ਇਹਦੇ ਨਾਲ ਪਿਆਰੇ ਦੀ ਜਿਹੜੀ ਖੁਸ਼ਬੂ ਹੈ ਉਹਦਾ ਪਿਆਰ ਜੁੜਿਆ ਏ। ਉਹ ਕੁੱਤੇ ਵਿੱਚੋਂ ਵੀ ਉਹ ਲੈਲਾ ਦੇ ਪਿਆਰ ਨੂੰ ਮਾਣਦਾ ਹੈ। ਜਦੋਂ ਸੁਣਿਆ ਨਾ ਤੇ ਭਾਈ ਨੰਦ ਲਾਲ ਸਾਹਿਬ ਦੀ ਅੱਖਾਂ ਬੰਦ ਹੋ ਗਈਆਂ, ਵਿਸਮਾਤ ਵਿੱਚ ਚਲੇ ਗਏ। ਬਹੁਤ ਰੋਏ, ਬਹੁਤ ਰੋਏ, ਕਿੰਨਾ ਚਿਰ ਰੋਂਦੇ ਰਹੇ, ਬੋਲੇ ਕੋਈ ਨਹੀਂ। ਸ਼ਾਇਰ ਸੋਚਦਾ ਸੀ ਮੇਰੇ ਸ਼ੇਰਾਂ ਵਿੱਚ ਇੰਨੀ ਜਾਨ ਹੈ। ਭਾਈ ਸਾਹਿਬ ਜੀ ਚੁੱਪ ਹੋ ਗਏ, ਇਹਨਾਂ ਨੂੰ ਬਹੁਤ ਸਵਾਦ ਆਇਆ ਹੋਏਗਾ। ਇਹ ਨਹੀਂ ਸੀ ਜਾਣਦਾ ਮੈਂ ਕੁਝ ਹੋਰ ਸੁਣਾ ਰਿਹਾ ਅਤੇ ਭਾਈ ਸਾਹਿਬ ਕੁਝ ਹੋਰ ਸੁਣ ਰਹੇ ਨੇ। ਪਿਆਰਿਓ ਜ਼ਿੰਦਗੀ ਉਹੀ ਏ, ਹਰ ਬੰਦਾ ਜਿਉਂਦਾ ਏ, ਇੱਕ ਉਸ ਨੂੰ ਪਿਆਰੇ ਉਹ ਬਰਬਾਦ ਕਰ ਰਿਹਾ ਅਤੇ ਇੱਕ ਆਬਾਦ ਕਰ ਰਿਹਾ। ਇੱਕ ਉਹਦੇ ਵਿੱਚੋਂ ਚਿੰਤਾ ਅਤੇ ਫਿਕਰ ਲੱਭ ਰਿਹਾ ਜਵਾਨੀ ਵਿੱਚ, ਇੱਕ ਉਹਦੇ ਵਿੱਚੋਂ ਰੱਬ ਨੂੰ ਲੱਭ ਰਿਹਾ ਏ ਅਤੇ ਲੱਭ ਕੇ ਉਹਦੇ ਨਾਲ ਪਿਆ ਰਹਿੰਦਾ ਹੈ। ਭਾਈ ਸਾਹਿਬ ਜਦੋਂ ਕਿੰਨਾ ਚਿਰ ਬੋਲੇ ਨਹੀਂ, ਜਦੋਂ ਬੋਲੇ ਉਹਨਾਂ ਨੇ ਅੱਖ ਖੋਲ੍ਹੀ ਅਤੇ ਉਹ ਕਵੀ ਕਹਿਣ ਲੱਗਾ ਜੀ ਹੁਣ ਮੈਂ ਲੈਲਾ ਦਾ ਸੁਣਾਵਾਂ। ਕਹਿੰਦਾ ਰਹਿਣ ਦੇ, ਨਾ ਸੁਣਾਵੀਂ। ਕਹਿੰਦੇ ਮੇਰੀ ਸੁਰਤੀ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਖਿੱਚੀ ਗਈ। ਇੱਕ ਬੰਦਾ ਏ, ਉਹ ਇੱਕ ਔਰਤ ਨੂੰ ਪਿਆਰ ਕਰਦਾ ਏ, ਉਹਦੇ ਘਰੋਂ ਕੁੱਕਰ ਆਇਆ। ਕਹਿੰਦੇ ਜੇ ਪਿਆਰਾ ਨਹੀਂ ਆਇਆ ਤੇ ਪਿਆਰੇ ਦੇ ਘਰੋਂ ਕੋਈ ਚੀਜ਼ ਆਈ, ਉਹਦੇ ਵਿੱਚੋਂ ਵੀ ਪਿਆਰੇ ਨੂੰ ਤੱਕਦਾ ਹੈ ਅਤੇ ਉਹਦੇ ਪੈਰੀਂ ਪੈ ਗਿਆ। ਕਹਿਣ ਲੱਗਾ ਮੇਰੀ ਸੁਰਤੀ ਸਤਿਗੁਰੂ ਜੀ ਨੇ ਖਿੱਚ ਲਈ। ਸਤਿਗੁਰੂ ਤੋਂ ਕਿਹੜਾ ਪਿਆਰਾ ਏ, ਅਕਾਲ ਪੁਰਖ ਏ। ਤੇਰੇ ਸਿੱਖ ਜਿਹੜਾ ਤੇਰੇ ਘਰੋਂ ਚੀਜ਼ ਆਵੇ, ਚਾਹੇ ਕਕਾਰ ਖੋਣ, ਚਾਹੇ ਕੋਈ ਸਿੱਖ ਆਵੇ ਜਿਹੜਾ ਤੇਰੇ ਘਰੋਂ ਆਵੇ। ਕਹਿਣ ਲੱਗੀ ਮੇਰਾ ਉਹਨਾਂ ਦੇ ਚਰਨਾਂ ਵਿੱਚ ਸਿਰ ਕਿਉਂ ਨਹੀਂ ਝੁਕਦਾ। ਤੈਨੂੰ ਝੁਕਦਾ, ਪਰ ਤੇਰੇ ਪਿਆਰੇ ਗੁਰਸਿੱਖਾਂ ਦੇ ਚਰਨਾਂ 'ਚ ਜਿਵੇਂ ਝੁਕਣਾ ਚਾਹੀਦਾ, ਜਿਵੇਂ ਉਹਨਾਂ ਤੋਂ ਕੁਰਬਾਨ ਹੋਏ ਨੇ। ਕਹਿੰਦਾ ਨਸ਼ਾ ਜਿਹਾ ਆ ਗਿਆ, ਸੁਰਤੀ ਹਰ ਗੁਰਸਿੱਖ ਦੇ, ਹਰ ਜੀਵ ਦੇ ਚਰਨਾਂ ਵਿੱਚ ਚਲੀ ਗਈ। ਕਹਿਣ ਲੱਗਾ ਦੇਖ ਓਏ ਸੱਜਣਾ, ਅਜੇ ਮਜਨੂ ਦਾ ਕਿੱਸਾ ਸੁਣਾਇਆ ਹੀ ਮੈਂ ਖੁਸ਼ ਗਵਾ ਬੈਠਾ ਵਾਂ, ਵੇਖੀ ਕਿਧਰੇ ਲੈਲਾ ਦਾ ਕਿੱਸਾ ਨਾ ਸੁਣਾ ਦੀ, ਮੈਂ ਆਪਣੀ ਜਾਨ ਨਾ ਗਵਾ ਬੈਠਾ। ਉਹ ਲੋਕਾਂ ਨੂੰ ਸੁਣਨਾ ਆਉਂਦਾ ਹੈ। ਪਿਆਰ ਕੈਸਾ ਹੈ, ਸ਼ਰਧਾ। ਪਿਆਰਿਓ ਸ਼ਰਧਾ ਕਿੱਥੇ ਚੁੱਕ ਕੇ ਲੈ ਜਾਂਦੀ ਹੈ ਜੀਵਨ ਨੂੰ। ਅਤੇ ਫਿਰ ਚੌਥਾ ਹੁੰਦਾ ਭਗਤੀ। ਜਦੋਂ ਕਰੀਏ ਨਾ ਭਗਤੀ, ਉਹ ਫਿਰ ਰੱਬ ਵਰਗਾ ਜੀਵਨ ਬਣਦਾ ਹੈ। ਜਿੱਥੇ ਭਗਤ ਰਵਿਦਾਸ ਸਾਹਿਬ ਕਹਿੰਦੇ ਤੋਖੀ ਮੋਖੇ ਮੋਈ ਤੋਖੀ ਅੰਤਰ ਕੈਸਾ, ਕਨਕ ਟਕ ਜਲ ਤਰੰਗ ਜੈਸਾ। ਭਗਤੀ ਬੰਦਾ ਜਦੋਂ ਕਰਦਾ ਉਦੋਂ ਉਸ ਦੇ ਅੰਦਰ ਇੱਕੋ ਖਿਆਲ ਏ ਪਿਆ ਸਰੀਰ ਰੱਬ ਨੇ ਘੜਿਆ, ਹਿਰਦੇ ਵਿੱਚ ਉਹ ਆ ਬੈਠਾ ਏ ਅਤੇ ਹਮੇਸ਼ਾ ਮੈਂ ਉਹਦੇ ਵੱਲ ਤੱਕਣਾ ਏ, ਉਹਦੇ ਦੀਦਾਰ ਕਰਨੇ ਹਨ। ਪਸ਼ੂ ਬਿਰਤੀ ਵੀ ਨਹੀਂ ਰਹੀ, ਮਨੁੱਖ ਦੀ ਵੀ ਨਹੀਂ ਰਹੀ, ਦੇਵਤਿਆਂ ਫਰਿਸ਼ਤਿਆਂ ਦੀ ਵੀ ਨਹੀਂ। ਇਹ ਹੁਣ ਜਦੋਂ ਕੋਈ ਰੱਬ ਨੂੰ ਵੇਖੇਗਾ ਤੇ ਰੱਬ ਵਰਗਾ ਹੀ ਬਣ ਜਾਂਦਾ ਹੈ। ਜਿਸ ਬੰਦੇ ਨੇ ਰੱਬ ਵਰਗਾ ਬਣ ਕੇ, ਫਰਿਸ਼ਤਿਆਂ ਵਰਗਾ ਬਣ ਕੇ ਜਿਉਣਾ ਸੀ, ਉਹ ਗੁਰੂ ਕੇ ਪਿਆਰੇ ਵਿਕਾਰਾਂ ਦੀ ਅੱਗ ਵਿੱਚ ਸੜ ਮਰੇ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕਹਿੰਦੇ ਕਮਲ ਫੁੱਲ ਜਾਂ ਫੁੱਲ ਸੁੱਕ ਜਾਂਦੇ ਪਾਣੀ ਤੋਂ ਬਿਨਾਂ, ਇੱਥੇ ਜਵਾਨੀਆਂ ਰੱਬ ਦੇ ਪਿਆਰ ਤੋਂ ਬਿਨਾਂ ਸੁੱਕ ਗਈਆਂ। ਕਹਿੰਦੇ ਅਫਸੋਸ ਨਾਵੇਂ ਸਤਿਗੁਰੂ ਜੀ ਅੱਜ ਕਿਰਪਾ ਕਰਦੇ ਨੇ, ਬਖਸ਼ਿਸ਼ ਭਰੇ ਬਚਨ ਨੇ ਉਹਨਾਂ ਦੇ। ਕਹਿੰਦੇ ਦੇਖ ਸਜਣਾ ਤਰਨ ਆਪੂ ਇਉਂ ਕੀ ਗਿਓ, ਇਉਂ ਹੀ ਗਿਓ। ਕੋਈ ਲਾਖਾ ਨਹੀਂ ਲਿਆ ਜਵਾਨੀ ਵਿੱਚ, ਪ੍ਰੀਤ ਨਹੀਂ ਕੀਤੀ ਪਰਮੇਸ਼ਰ ਨੂੰ, ਨਾ ਰੱਬ ਦੇ ਬੰਦਿਆਂ ਨੂੰ। ਤੂੰ ਫਰਿਸ਼ਤਿਆਂ ਵਰਗਾ ਜੀਵਨ ਬਤੀਤ ਕਰਨਾ ਸੀ, ਤੂੰ ਦੈਂਤਾਂ ਵਰਗਾ ਕਿਉਂ ਬਣ ਗਿਓ। ਲਿਓ ਜਰਾ ਤਨ ਜੀਤ, ਤਨ ਦੇ ਨੰਨੇ ਨੂੰ ਔਂਕੜੀ, ਇੱਕ ਖਾਸ ਸਰੀਰ ਦੀ ਗੱਲ ਹੋ ਰਹੀ। ਜਰਾ ਕਹਿੰਦੇ ਬੁਢਾਪੇ ਨੂੰ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ ਬੁਢਾਪੇ ਨੇ ਜਿੱਤ ਲਿਆ ਹੈ। ਇੱਕ ਬੜਾ ਪਿਆਰਾ ਅਦੀਬ ਹੋਇਆ,
ਉਹ ਲਿਖਦਾ, ਐ ਮੇਰੇ ਮੌਲਾ तेरी दुनिया फ़ानी देखी, हर चीज़ जखां की आनी जानी देखी, जो आके जो जा के ना आए। एक वारी चला गया, दो चीज़ों की तुलना करता है, कहता है जो जा के ना आए वो जवानी देखी, जो आ के ना जाए वो बुढ़ेपा देखा। कहते जवानी एक बार आउंदी आ, एक बार चली गई, इन्होंने मुड़ के नहीं आना कदे नहीं। किन्ना बंदा यतन करदा, कदे चिट्टे वालों नूं काले करदा, पग्गा बनेगा हरियां ते लाल, बुढ़ापे विच भी भी शायद जवान लगा मैं, प्यारू उधरों डिगदा फिरदा ही, पर कई तरह की एक्टिंग करेगा भी मैं जवान। कहंदे वो जवानी लंघ गई, हुण पाठ कहंदा करना है ते चेता ही नहीं रहिंदा, गुटका ही नहीं फड़िया जांदा, गोडे मोढे बड़े दर्द करते ने, हुण तां लक भी दर्द करदा है, चौंकड़ा भी नहीं वजदा, हुण की करा, साह भी चढ़दा है। ਕਹਿੰਦੇ ਦੇਖ ਜਵਾਨੀ ਸੀ ਨਾ, ਉਦੋਂ ਨਹੀਂ ਸੀ ਨਾ ਸਾਰੀਆਂ ਲਾਹਣਤਾਂ, ਹੁਣ ਆਈਆਂ ਨੇ। ਕਹਿੰਦੇ ਉਹ ਜਵਾਨੀ ਲੰਘ ਗਈ, ਉਹ ਨਹੀਂ ਮੁੜ ਕੇ ਆਉਣੀ ਵੀ ਤੂੰ ਉੱਦਾਂ ਦੇ ਕੱਪੜੇ ਪਾ ਕਰ ਲਏਗਾ ਜਾਂ ਤੂੰ ਉਹੋ ਜਿਹੀਆਂ ਖੁਰਾਕਾਂ ਜਿਹੜੀਆਂ ਮਰਜ਼ੀ ਖਾ। ਪਰ ਕਹਿੰਦੇ ਕਿ ਚੇਤਾ ਰੱਖੀ, ਜਵਾਨੀ ਚਲੀ ਗਈ, ਆਉਣੀ ਨਹੀਂ। ਬੁਢਾਪਾ ਜੇ ਤੇਰੇ ਕੋਲ ਆ ਗਿਆ ਤੇ ਇਹਨੇ ਮੁੜ ਕੇ ਜਾਣਾ ਨਹੀਂ। ਇਹ ਕਹਿੰਦਾ ਹੁਣ ਮੈਂ ਆ ਗਿਆ ਨਾ, ਹੁਣ ਨਹੀਂ ਮੈਂ ਜਾਣਾ, ਹੁਣ ਤੈਨੂੰ ਲੈ ਕੇ ਤੁਰਾਂਗਾ ਅੱਗੇ ਨੂੰ। ਬੁਢਾਪੇ ਤੋਂ ਬਾਅਦ ਮੌਤ ਹੀ ਲੈਣ ਆਉਂਦੀ। ਸਤਿਗੁਰੂ ਜੀ ਕਹਿੰਦੇ ਦੇਖ ਜਵਾਨੀ ਤੇ ਤੂੰ ਗਵਾ ਲਈ, ਪਰ ਜਵਾਨੀ ਵਿੱਚ ਜਿਹੜੀ ਤਾਕਤ ਹੀ ਨਹੀਂ ਤੇਰੇ ਕੋਲੋਂ ਮੁੜ ਕੇ ਆਉਣੀ। ਪਰ ਹਾਂ ਜੇ ਤੂੰ ਰੱਬ ਨਾਲ ਪਿਆਰ ਪਾ ਲਵੇਂ ਤੇ ਤੇਰਾ ਅੰਦਰ ਅੱਜ ਵੀ ਅਸੀਂ ਜਵਾਨਾਂ ਵਾਲਾ ਬਣਾ ਦਿਆਂਗੇ। ਕਹੋ ਨਾਨਕ ਪਜ ਕਰਮ ਨਾ ਔਦ ਜਾਤ ਖੈ, ਬੀਤ ਉਮਰ ਬੀਤ ਰਹੀਏ ਤੂੰ ਮਨਾ ਭਜਨ ਸਿਮਰਨ ਕਰ। ਸਤਿਗੁਰਾਂ ਦੇ ਬਚਨ ਨੇ ਕਹਿੰਦੇ ਗੁਰਮੁਖ ਬੁੱਢੇ ਕਦੇ ਨਾ ਕੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਜੇ ਸੁਰਤੀ ਰੱਬ ਨਾਲ ਜੁੜ ਜਾਵੇ ਨਾ ਤੇ ਫਿਰ ਪਿਆਰੇ ਜਵਾਨੀ ਨਾਲ ਵੀ ਵੱਧ ਤਾਕਤ ਹੈ। ਮੈਂ ਕੇਵਲ ਬਾਹਰਲੀ ਤਾਕਤ ਦੀ ਨਹੀਂ ਗੱਲ ਕਰਦਾ, ਇਹ ਵੀ ਖੁੰਦੀ ਜੇ, ਪਰ ਇਹ ਕਦੇ ਵੀ ਰੱਬ ਦੇ ਪਿਆਰੇ ਸਰੀਰ ਨੂੰ ਨਹੀਂ ਚਾਹੁੰਦੇ ਵੀ ਇਹ ਬਦਲੇ, ਸੁਰਤੀ ਨੂੰ ਬਦਲ ਕੇ ਉਹਦੇ ਚਰਨਾਂ ਵਿੱਚ ਲਾਉਣਾ ਚਾਹੁੰਦੇ ਨੇ। ਬਾਬਾ ਸ਼ਾਮ ਸਿੰਘ ਬਹੁਤ ਬਿਰਧ ਹੋ ਗਏ, ਕਈ ਵਾਰ ਚੁੱਕ ਕੇ ਲਿਜਾਣਾ ਪੈਂਦਾ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ। ਇੱਕ ਵਾਰ ਕਿਸੇ ਪਹਾੜੀ 'ਤੇ ਜਾਣਾ ਸੀ, ਉੱਥੇ ਗਏ, ਸੇਵਾਦਾਰ ਚੁੱਕ ਕੇ ਲੈ ਕੇ ਥੱਲੇ ਗਏ, ਉੱਪਰ ਚੜ੍ਹਨਾ ਸੀ ਅਤੇ ਵੇਖਿਆ ਵੀ ਉੱਪਰ ਚੜ੍ਹ ਕੇ ਜਾਣਾ ਹੈ ਅਤੇ ਬੰਦੇ ਆਪ ਮੁਸ਼ਕਿਲ ਨਾਲ ਤੁਰਦੇ, ਅਤੇ ਅਸੀਂ ਕਿਸੇ ਦੇ ਮੋਢਿਆਂ 'ਤੇ ਚੜ੍ਹੇ, ਕਹਿੰਦੇ ਲਾਓ ਸਾਨੂੰ, ਅਤੇ ਭੱਜ ਕੇ ਚੜ੍ਹ ਗਏ। ਉਹ ਕਹਿਣ ਲੱਗੇ ਹੱਦ ਹੋ ਗਈ, ਕਦੇ ਤਾਂ ਮੰਜੇ 'ਤੇ ਵੀ ਚੁੱਕ ਕੇ ਆ ਬਿਠਾਈ ਦਾ ਸੀ, ਇਹ ਕਿੱਥੋਂ ਆ ਗਏ। ਕਹਿਣ ਲੱਗੇ ਰੱਬ ਦੀਆਂ ਤਾਕਤਾਂ ਸਾਰੀਆਂ ਕੋਲ ਹੁੰਦੀਆਂ ਨੇ, ਪਰ ਉਹਦੀ ਰਜ਼ਾ ਵਿੱਚ ਤੁਰੀਦਾ ਹੈ। ਅੱਜ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਸੀ, ਇਸ ਕਰਕੇ ਉਹ ਤਾਕਤ ਦਾ ਐਵੇਂ ਜਲਵਾ ਜਿਹਾ ਦਿਖਾ ਦਿੱਤਾ ਹੈ। ਗੱਲ ਕਰ ਰਹੇ ਹਾਂ ਅੰਦਰ ਸੁਰਤੀ ਦਾ ਜਵਾਨ ਖੋਣਾ। ਪਿਆਰਿਓ ਸੱਚ ਹੈ, ਗੁਰੂ ਅਮਰਦਾਸ ਪਿਤਾ ਜੀ 62 ਸਾਲ ਦੀ ਉਮਰ ਵਿੱਚ ਤਾਂ ਗੁਰੂ ਅੰਗਦ ਸਾਹਿਬ ਦੇ ਘਰ ਹੁੰਦੇ ਨੇ, ਔਰ ਉਸ ਤੋਂ ਬਾਅਦ ਸੇਵਾ ਸਿਮਰਨ ਕਮਾਲ ਕੀਤੀ, ਨਿਰੰਕਾਰ ਦਾ ਰੂਪ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆਪਾਂ ਵੀ ਜਿਹੜਾ ਹੁਣ ਸਮਾਂ ਬਚਿਆ ਇਹਨੂੰ ਸਿਮਰਨ 'ਚ ਪੂਰਾ ਲਾ ਦਈਏ। ਅਤੇ ਜੇ ਵੀ ਕਹੀਏ ਅਜੇ ਸੋਚਦੇ ਹਾਂ ਅਤੇ ਜਾਂ ਸਰੀਰ ਨੂੰ ਠੀਕ ਕਰਦੇ ਰਹਿ ਗਏ, ਸੁਰਤੀ ਨਾ ਕੀਤੀ, ਕਹਿੰਦੇ ਨੇ ਨਹੀਂ ਠੀਕ ਹੋਣਾ, ਇਹਨੇ ਤੇ ਗਾਂਹ ਨੂੰ ਜਾਣਾ, ਹੌਲੀ ਹੌਲੀ ਘਟਣਾ ਹੀ ਬਲ, ਅੰਦਰ ਬਲ ਪੈਦਾ ਕਰੀਏ। ਸਾਹਿਬ ਕਹਿੰਦੇ ਬਿਰਧ ਭਇਓ ਸੋਝੈ ਨਹੀਂ, ਕਾਲ ਪਹੁੰਚਿਓ ਆਨ। ਜਵਾਨੀ ਤੋਂ ਬਾਅਦ ਆਇਆ ਬੁਢੇਪਾ, ਅਤੇ ਜੇ ਤੈਨੂੰ ਹੁਣ ਵੀ ਨਾ ਬੁਢਾਪੇ ਵਿੱਚ ਸੋਝੀ ਆਈ ਅਤੇ ਇਸ ਤੋਂ ਅੱਗੇ ਮੌਤ ਹੀ ਆਉਣੀ ਆ। ਇਹ ਨਾ ਵੀ ਤੂੰ ਮੁੜ ਕੇ ਬੱਚਾ ਬਣ ਜਾਏਗਾ, ਜਵਾਨ ਹੋ ਜਾਏਗਾ। ਸਾਹਿਬ ਮਿੱਠੀ ਝਿੜਕ ਮਾਰਦੇ ਨੇ, ਕਹਿੰਦੇ ਕਉ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਐ ਬਾਵਰੇ ਝੱਲੇ ਮਨਾ, ਤੂੰ ਕਿਉਂ ਨਹੀਂ ਉਸ ਦਾ ਸਿਮਰਨ ਕਰਦਾ। ਸਿਮਰਨ ਕਰ, ਪਸ਼ੂਆਂ ਦੀ ਤਰ੍ਹਾਂ ਨਾ ਜਿਉਂ। 4 ਤਰ੍ਹਾਂ ਨਾਲ ਗੱਲ ਕੀਤੀ ਸੀ ਨਾ ਜਿਉਣ ਦੀ। ਲੋਕੀ ਪਸ਼ੂਆਂ ਦੀ ਤਰ੍ਹਾਂ ਜਿਉਂ ਕੇ ਚਲੇ ਜਾਂਦੇ ਨੇ। ਕੁੱਕਰ ਬਿਰਤੀ ਹੈ, ਸਵਾਨ ਅਤੇ ਸਿਆਲ ਕਹਿੰਦੇ ਗਿੱਦੜ ਨੂੰ। 3 ਸੀਨਾ ਉਦਿਆਨ ਬਸਨੰ ਸੰਸਾਰੰ, ਸੰਬੰਧੀ ਸਵਾਨ ਸਿਆਲ ਖਰੈ। ਕੁੱਕਰ ਦੀ ਬਿਰਤੀ ਲਾਲਚ ਅਤੇ ਪਿਆਰੂ ਐਵੇਂ ਬਿਨਾਂ ਕਾਰਨ ਤੋਂ ਭੌਂਕਣਾ। ਗਿੱਦੜ ਡਰਦਾ, ਆਪਣੇ ਪਰਛਾਵੇਂ ਤੋਂ ਵੀ ਡਰਦਾ ਹੈ। ਪਹਿਲਾਂ ਤਾਂ ਬੰਦਾ ਪਸ਼ੂ ਦੀ ਤਰ੍ਹਾਂ ਲਾਲਚ ਦੇ ਮਗਰ ਪੈਂਦਾ ਹੈ ਅਤੇ ਈਰਖਾਵਸ ਜਿਉਂਦਾ
फिर सारी जिंदगी सहमिया रहिंदा, सारा कुछ कोल है, रोटी पानी बाल बच्चे, हाय आ ना खो जावे, ओ ना खुस जावे, पैसा ना चल जावे। कहंदे सहमिया सहमे अजीवन एक गिद्दड़ दी बिरती है, पशु की तरह। ते तीजा गुरु के प्यारिओ खर खोता, खोते ते चंदन लद लो, मिट्टी लद लो, ने भार ही ढोना है। कहंदे कई बंदे ना जिंदगी पर रब दा सिमरन नहीं करदे, भार ही ढोंदे ने भी मैं इन्ना कमा लिया, इन्ना मैं परिवार नूं दे दिता, इन्ना कुछ मैं दुनिया लई अपने रिश्तेदारां लई इकट्ठा कर लिया। कहंदे अपने पल्ले कख भी नहीं, खोते दे उपर भार पाओ, चंदन पाओ च मिट्टी, भार ही उहने ढोना है ना, ਉਹਨੂੰ ਛੱਡੋਗੇ ਉਹਨੂੰ ਨਵਾਬ ਹੀ ਲਓ, ਉਹਦਾ ਕੰਮ ਹੀ ਉੱਪਰ ਫਿਰ ਵੀ ਮਿੱਟੀ ਪਾਣੀ। ਕਈ ਵਾਰ ਅਸੀਂ ਨਾ ਸਾਰੀ ਜ਼ਿੰਦਗੀ ਭਾਰ ਹੀ ਢੋਨੇ ਆ। ਬੰਦਾ ਕਹਿੰਦਾ ਹੈ ਨਾ ਸਮਾਂ ਹੀ ਪੂਰਾ ਕਰ ਰਹੇ ਹਾਂ, ਲੈਣਾ ਦੇਣਾ ਸੀ ਉਹ ਪੂਰਾ ਨਿਭਾ ਰਹੇ ਹਾਂ, ਬੜੇ ਔਖੇ ਹੋ ਕੇ ਵੀ ਕੰਮ ਕਰਨੇ ਪੈਂਦੇ ਨੇ, ਜ਼ਿੰਦਗੀ ਦਾ ਕੋਈ ਸੁੱਖ ਸਵਾਦ ਨਹੀਂ। ਸਤਿਗੁਰੂ ਕਹਿੰਦੇ ਤੇਰੇ ਨਾਲ ਪਤਾ ਕਿਉਂ ਇਸ ਤਰ੍ਹਾਂ ਹੋਇਆ, ਵੀ ਤੂੰ ਭਾਰ ਹੀ ਢੋਂਦਾ ਰਹਿ ਗਿਆ, ਗਿੱਦੜ ਦੀ ਤਰ੍ਹਾਂ ਡਰਦਾ ਡਰਦਾ ਸਹਿਮਿਆ ਹੀ ਤੂੰ ਜੀਵਨ ਜਿਉ ਰਿਹਾ। ਤੇ ਕੂਕਰ ਦੀ ਤਰ੍ਹਾਂ ਕਿਸੇ ਦੂਸਰੇ ਦੇ ਉੱਪਰ ਐਵੇਂ ਭੌਂਕਣਾ, ਭਾਵ ਐਵੇਂ ਕਿਸੇ ਦੀ ਨਿੰਦਾ ਕਰਨੀ, ਮਾੜਾ ਕਹਿਣਾ, ਈਰਖਾ ਕਰਨੀ ਜਾਂ ਉਹਨੂੰ ਮਿੱਤਰ ਬਣਾਉਣਾ, ਤੇ ਆਪਣੀ ਲਾਲਚ ਦੀ ਖਾਤਰ। ਕਹਿੰਦੇ ਤੂੰ ਰੱਬ ਨਾਲ ਪਿਆਰ ਨਹੀਂ ਸੀ ਪਾਇਆ, ਜੇ ਤੂੰ ਪਾਉਂਦਾ ਨਾ ਤੇ ਫਿਰ ਤੇਰੇ 'ਚ ਇਹ ਔਗਣ ਨਹੀਂ ਸੀ ਆਉਣੇ। ਤੂੰ ਜਿਉਣਾ ਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ, ਜੀ ਤਿਨ ਕਾ ਭਉ ਸਭ ਗਵਾਸੀ। ਡਰ ਕਾਹਦਾ ਜ਼ਿੰਦਗੀ 'ਚ, ਵੱਡੀ ਤੋਂ ਵੱਡੀ ਮੁਸ਼ਕਿਲ ਵੀ ਤੈਨੂੰ ਆਉਂਦੀ, ਤੇਰੇ ਅੰਦਰ ਡਰ ਨਹੀਂ ਸੀ ਆਉਣਾ। ਹੁਣ ਤੇ ਮੁਸ਼ਕਿਲ ਵੀ ਕੋਈ ਨਹੀਂ, ਸੋਚ ਕੇ ਵੀ ਮੁਸ਼ਕਿਲ ਨਾ ਆ ਜਾਵੇ, ਤੂੰ ਐਵੇਂ ਡਰਿਆ ਫਿਰਦਾ ਹੈ। ਦੇਖ ਤੂੰ ਹੁਣ ਭਾਰ ਢੋਨਾ, ਫਿਰ ਤੂੰ ਭਾਰ ਨਹੀਂ, ਤੂੰ ਹੱਕ ਹਲਾਲ ਦੀ ਕਮਾਈ ਕਰ, ਬੰਦਗੀ ਕਰਕੇ ਕਿਰਤ ਵਿਰਤ ਕਰਨੀ ਸੀ, ਤੇ ਬਾਕੀ ਸਮਾਂ ਵੰਡਣਾ ਸੀ ਪਿਆਰ, ਤੇ ਕਹਿਣਾ ਸੀ ਮੈਂ ਭਾਰ ਨਹੀਂ ਢੋ ਰਿਹਾ, ਮੈਂ ਸੇਵਾ ਕਰ ਕਰਕੇ ਰਹਿਮਤਾਂ ਰੱਬੀ ਰਹਿਮਤਾਂ ਇਕੱਠੀਆਂ ਕਰ ਰਿਹਾ ਵਾਂ। ਤੋ ਆਓ ਗੁਰੂ ਕੇ ਪਿਆਰਿਓ, ਪਸ਼ੂਆਂ ਦੀ ਤਰ੍ਹਾਂ ਨਾ ਜੀਵੀਏ, ਮਨੁੱਖ ਦੀ ਤਰ੍ਹਾਂ ਨਹੀਂ। ਸਤਿਗੁਰੂ ਕਹਿੰਦੇ ਨੇ ਅਸੀਂ ਸ਼ਰਧਾ ਭਗਤੀ ਕਰਕੇ ਰੱਬ ਦੀ ਤਰ੍ਹਾਂ ਜੀਵੀਏ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਕੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੈ ਪਛਾਣੀ। ਕਲਗੀਆਂ ਵਾਲੇ ਨੇ ਬਚਨ ਕਿਹਾ ਸੀ, ਜੇ ਸਾਡੇ ਆਖੇ ਲੱਗੋ ਨਾ ਤੁਸੀਂ, ਹੋਰ ਜੋ ਇੰਨਾ ਕੁਛ ਕਰਦੇ ਹੋ, ਜੇ ਤੁਸੀਂ ਗੁਰੂ ਕੋਲੋਂ ਨਾਮ ਲੈ ਕੇ ਉਹਦਾ ਰਸ ਪੀਣਾ ਸ਼ੁਰੂ ਕਰ ਦਿਓ ਨਾ, ਆਤਮ ਰਸ ਤੁਹਾਨੂੰ ਆ ਜਾਵੇ, ਤੇ ਕਹਿੰਦੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਤੁਸੀਂ ਤੁਹਾਡਾ ਸਰੀਰ ਬੰਦਿਆਂ ਵਰਗਾ, ਪਰ ਤੁਹਾਡੇ ਕੋਲ ਅੰਦਰਲੀ ਰੂਹਾਨੀ ਤਾਕਤ ਰੱਬ ਤੇ ਗੁਰੂ ਵਰਗੀ ਹੋਏਗੀ। ਆਤਮ ਰਸ ਜੋ ਜਾਣ ਕੇ ਸੋਖ ਹੈ ਖਾਲਸ ਦੇਵ, ਪ੍ਰਭ ਮੈਂ ਮੂੰਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਕਹਿੰਦੇ ਉਸ ਵਿੱਚ ਤੇ ਗੁਰੂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ ਰਹੇਗਾ। ਇੰਨੀਆਂ ਤਾਕਤਾਂ ਨੇ ਪਿਆਰਿਓ, ਤਾਂ ਹੀ ਮੇਰੇ ਨਾਮੇ ਸਤਿਗੁਰੂ ਜੀ ਹੁਕਮ ਅੱਜ ਕਰ ਰਹੇ ਨੇ। ਰੱਬ ਨੇ ਬਹੁਤ ਕੁਛ ਦਿੱਤਾ ਸੀ, ਪਰ ਉਹਦਾ ਅਸੀਂ ਲਾਭ ਨਾ ਉਠਾਇਆ ਤੇ ਪਛਤਾਣਾ ਪਵੇਗਾ। ਪਛਤਾਵੇ ਦੀ ਜ਼ਿੰਦਗੀ ਨਾ ਬਤੀਤ ਕਰੀਏ। ਕੱਲ੍ਹ ਨੂੰ ਅਗਲੇ ਸ਼ਲੋਕ ਵਿੱਚ ਵੇਖਾਂਗੇ ਨਿਰੰਕਾਰ ਦੀਆਂ ਦਾਤਾਂ ਵੇਖਣੀਆਂ ਨੇ, ਉਹ ਕਿਵੇਂ ਵੇਖੀਆਂ ਜਾ ਸਕਦੀਆਂ ਨੇ, ਹਰ ਦਾਤ ਸਾਨੂੰ ਰੱਬ ਨਾਲ ਜੋੜਨ ਵਿੱਚ ਕਿਵੇਂ ਸਖਾਈ ਹੁੰਦੀ ਏ। ਆਓ ਅੱਜ ਦੇ ਇਹਨਾਂ ਬਚਨਾਂ ਵਿੱਚੋਂ ਸੇਧ ਲਈਏ, ਜੀਵੀਏ। ਜੋ ਸਮਾਂ ਬਣਿਆ ਸਾਡੇ ਕੋਲ ਬਚਿਆ ਏ, ਜੇ ਬਚਪਨ ਇਹਨੂੰ ਸੰਭਾਲੀਏ, ਜਵਾਨੀ ਖੈ ਨੂੰ ਸਾਂਭ ਲਈਏ, ਤੇ ਜੇ ਜਵਾਨੀ ਗਵਾ ਲਈਏ ਤੇ ਘੱਟੋ ਘੱਟ ਬੁਢੇਪਾ ਸਾਂਭੀਏ, ਨਹੀਂ ਤੇ ਅੱਗੇ ਮੌਤ ਖੜੀ ਏ। ਜੇ ਸਾਂਭ ਲਿਆ ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਖਲੋਣਗੇ, ਅੱਗੇ ਕਲਗੀਆਂ ਵਾਲੇ ਦੀ ਗੋਦ ਖੋਏਗੀ। ਰੱਬ ਕਰੇ ਹਰ ਜੀਵ ਦੇ ਸਾਹਮਣੇ ਪਰਮੇਸ਼ਰ ਹੋਵੇ, ਉਹਦਾ ਜੀਵਨ ਸਫਲਾ ਹੋਵੇ। ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।